गुरु जी दी साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरु गुरबाणी गुरु राही उपदेश बख्शिश कर रहे, आपां नूं समझाउंदे भी जो परमात्मा निरंकार वाहिगुरु राम सच, ਉਹ ਇਸ ਤਰ੍ਹਾਂ ਵੀ ਜਿਵੇਂ ਆਪਾਂ ਦੇਖਦੇ ਹਾਂ ਵੀ ਤਰਬਰ ਹੁੰਦਾ ਦਰਖਤ। ਹੁਣ ਦਰਖਤ ਦੇ ਆਪਾਂ ਗਰਮੀ ਦੇ ਵਿੱਚ ਤਪਸ਼ ਦੇ ਵਿੱਚ ਥੱਲੇ ਜਾਂਦੇ ਹਾਂ ਅਤੇ ਉਹ ਸਾਨੂੰ ਠੰਡ ਦਿੰਦਾ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਪਰਮਾਤਮਾ ਤਰਬਰ ਹੈ, ਵੀ ਜਿਹੜਾ ਉਹਨੂੰ ਫਲ ਲੱਗਦਾ ਉਹ ਵਿਰਾਗ, ਅਤੇ ਜਿਹੜਾ ਸਾਧੂ ਹੈ ਉਹ ਛਾਇਆ ਹੈ, ਛਾਂ। ਜਿਹਨੇ ਵਾਦ ਵਿਵਾਦ ਨੂੰ ਛੱਡ ਕੇ, ਸੰਸਾਰ ਦੇ ਵਿਚਾਰਾਂ ਨੂੰ ਛੱਡ ਕੇ, ਜਿਹੜਾ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ, ਮਾਰੇ ਫਰਮਾਉਂਦੇ ਕਬੀਰ ਤਰਬਰ ਰੂਪੀ ਰਾਮ ਹੈ, ਫਲ ਰੂਪੀ ਵੈਰਾਗ, ਛਾਇਆ ਰੂਪੀ ਸਾਧ ਹੈ, ਜਨ ਤਜਿਆ ਬਾਦ ਵਿਵਾਦ। ਵੀ ਜਿਹੜੇ ਸਾਧੂ ਜਨ ਉਹ ਛਾਇਆ, ਛਾਂ, ਜਦੋਂ ਅਸੀਂ ਉਹਨਾਂ ਦੇ ਕੋਲ ਬੈਠਦੇ ਹਾਂ ਸਾਡੇ ਮਨ ਨੂੰ ਸ਼ਾਂਤੀ ਆਉਂਦੀ, ਸਾਡੇ ਮਨ ਨੂੰ ਸੁੱਖ ਮਿਲਦਾ। ਜਿਵੇਂ ਆਪਾਂ ਦਰਖਤ ਥੱਲੇ ਜਾਂਦੇ ਹਾਂ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਛਾਂ ਹੇਠ। ਹੁਣ ਇੱਧਰ ਸਾਡਾ ਮਨ ਹੈ ਜਿਹੜਾ ਵਿਕਾਰਾਂ ਦੀ ਤਪਸ਼ ਦੇ ਵਿੱਚ ਜਲਦ,
ਦੁਰਮਤ ਦੀ ਅਗਨ ਦੇ ਵਿੱਚ ਜਲਦਾ ਦੁਬਦਾ ਦੇ ਵਿੱਚ ਜਿਹਨੇ ਇਹ ਦੁਬਦਾ ਨੂੰ ਮਾਰ ਲਿਆ, ਵਾਦ ਵਿਵਾਦ ਨੂੰ ਖਤਮ ਕਰ ਲਿਆ, ਉਹ ਸਾਧੂ ਛਾਇਆ ਰੂਪੀ ਹੈ, ਛਾਂ। ਜਦੋਂ ਅਸੀਂ ਉਹਦੇ ਕੋਲ ਬੈਠਾਂਗੇ, ਉਹਨਾਂ ਦਾ ਸੰਗ ਕਰਾਂਗੇ, ਸਾਡੇ ਮਨ ਨੂੰ ਸੁੱਖ ਮਿਲੇਗਾ, ਸਾਡੇ ਮਨ ਨੂੰ ਸ਼ਾਂਤੀ ਆਏਗੀ। ਤਾਂਹੀਓ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਾਧੂਆਂ ਦੀ ਮਹਿਮਾ, ਸੰਤਾਂ ਦੀ, ਗੁਰਮੁਖਾਂ ਦੀ ਉਸਤਤ ਵਡਿਆਈ ਕੀਤੀ। ਜਿੱਥੇ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੀ ਉਸਤਤ ਹੋ ਰਹੀ ਹੈ, ਉਸੇ ਨਾਲ ਨਾਲ ਉਹਨਾਂ ਗੁਰਮੁਖਾਂ ਦੀ ਵੀ ਉਸਤਤ ਹੈ, ਸੰਤਾਂ ਦੀ, ਸਾਧੂਆਂ ਦੀ, ਭਗਤਾਂ ਦੀ, ਜਿਨ੍ਹਾਂ ਨੇ ਬੰਦਗੀ ਕੀਤੀ, ਜਿਹੜੇ ਨਾਮ ਦੇ ਨਾਲ ਜੁੜੇ, ਨਾਮ 'ਚ ਸਮਾਏ, ਜਿਨ੍ਹਾਂ ਨੇ ਪਰਮਾਤਮਾ ਨਾਲ ਮਿਲਾਪ ਕੀਤਾ, ਮਾਲਕ ਦਾ ਰੂਪ ਹੋ ਕੇ। ਆਈਆਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੰਤਾਂ, ਸਾਧੂਆਂ ਅਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਮਹਾਰਾਜ ਕਹਿੰਦੇ ਸੰਤ ਰਾਮ ਹੈ ਏਕੋ, ਵੀ ਸੰਤ ਅਤੇ ਰਾਮ ਇੱਕੋ ਹੀ ਹੈ, ਕਿਉਂਕਿ ਉਹਨਾਂ 'ਚ ਕੋਈ ਭੇਦ ਨਹੀਂ, ਕੋਈ ਅੰਤਰ ਨਹੀਂ। ਜੋ ਪਰਮਾਤਮਾ ਨੂੰ ਮਿਲ ਗਿਆ, ਉਹਦੇ ਵਿੱਚ ਹੀ ਭੇਦ ਹੋ ਜਾਂਦਾ, ਉਹਦਾ ਹੀ ਰੂਪ ਬਣ ਜਾਂਦਾ। ਤਾਂਹੀਓ ਸਾਨੂੰ ਕਹਿੰਦੇ ਵੀ ਜਿਹੜਾ ਹਰੀ ਦਾ, ਵਾਹਿਗੁਰੂ ਦਾ, ਰਾਮ ਦਾ ਸੇਵਕ ਹੈ, ਉਹ ਜਿਹਦੀ ਸੇਵਾ ਕਰ ਰਿਹਾ ਪਰਮਾਤਮਾ ਦੀ, ਉਹਦੇ ਵਰਗਾ ਹੀ ਹੋ ਗਿਆ, ਉਹਦਾ ਰੂਪ ਹੀ ਹੋ ਗਿਆ। ਸਾਨੂੰ ਕਹਿੰਦੇ ਵੀ ਉਹਦੇ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਾ ਸਮਝੋ, ਕੋਈ ਅੰਤਰ ਨਾ ਸਮਝੋ। ਫਰਮਾਉਂਦੇ ਨੇ ਹਰ ਕਾ ਸੇਵਕ ਸੋ ਹਰ ਹੀ ਜੇਹਾ, ਭੇਦ ਨ ਜਾਨੋ ਮਾਨਸ ਦੇਹ। ਬਈ ਹਰੀ ਦੇ ਸੇਵਕ ਵਿੱਚ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਸਾਨੂੰ ਸਮਝਾਉਂਦੇ ਵੀ ਜਿਵੇਂ ਜਲ ਦੇ ਵਿੱਚੋਂ ਲਹਿਰ ਉੱਠਦੀ ਹੈ, ਉਹ ਫਿਰ ਜਲ ਦੇ ਵਿੱਚ ਹੀ ਸਮਾ ਜਾਂਦੀ। ਇਸੇ ਤਰ੍ਹਾਂ ਹੀ ਹਰੀ ਦੇ ਜਨ, ਉਹ ਉਹਨਾਂ ਦੇ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਫਰਮਾਉਂਦੇ ਨੇ ਹਰ ਜਨ ਦੋਈ ਏਕ ਹੈ, ਬਹਿ ਵਿਚਾਰ ਕਿਛ ਨਾਹੀਂ, ਜਲ ਤੇ ਉਪਜੇ ਤਰੰਗ ਜਿਉਂ ਜਾਲੀ ਵਿਖੇ ਸਮਾਹੀ। ਵੀ ਹਰੀ ਦੇ ਜਨ ਦੇ ਵਿੱਚ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਸਾਧੂ ਜਨਾਂ 'ਚ ਕੋਈ ਫਰਕ ਨਹੀਂ, ਮਾਲਕ ਦੇ ਵਿੱਚ ਅਤੇ ਉਹਨਾਂ ਦੇ ਵਿੱਚ ਕੋਈ ਅਭੇਦ ਨਹੀਂ, ਕਿਉਂਕਿ ਉਹਦੇ ਵਿੱਚ ਹੀ ਉਹ ਅਭੇਦ ਹੋ ਚੁੱਕੇ, ਕੋਈ ਭੇਦ ਨਹੀਂ ਰਹਿੰਦਾ। ਹੁਣ ਤਾਂਹੀਓ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਸਾਧੂ ਜਨ ਜਿਹੜੇ ਉਹ ਛਾਂ ਰੂਪੀ ਨੇ। ਜਦੋਂ ਅਸੀਂ ਉਹਨਾਂ ਦੇ ਕੋਲ ਬੈਠਾਂਗੇ, ਉਹਨਾਂ ਦਾ ਸੰਗ ਕਰਾਂਗੇ, ਸਾਡੇ ਮਨ ਨੂੰ ਸ਼ਾਂਤੀ ਆਏਗੀ, ਸਾਡੇ ਮਨ ਨੂੰ ਸੁੱਖ ਮਿਲੇਗਾ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਧ ਸੰਗਤ ਕਰੋ। ਜਦੋਂ ਅਸੀਂ ਕਰਾਂਗੇ ਤੇ ਅਸੀਂ ਤਰ ਜਾਵਾਂਗੇ। ਫਰਮਾਉਂਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਬਈ ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ, ਉਹ ਜਿਹੜੇ ਗੁਰਮੁਖ ਉਹ ਤਰ ਜਾਂਦੇ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ। ਹੁਣ ਜਿਨ੍ਹਾਂ ਨੇ ਵੀ ਮਾਲਕ ਨਾਲ ਮਿਲਾਪ ਕੀਤਾ, ਸਾਧ ਸੰਗਤ ਦੇ ਵਿੱਚ ਆ ਕੇ, ਸਤ ਸੰਗਤ ਕਰਕੇ ਹੀ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਸਾਨੂੰ ਫਰਮਾਉਂਦੇ ਜਿਨੀ ਪਾਇਆ ਸਾਧ ਸੰਗਤੀ ਪੂਰੇ ਭਾਗ ਵਿਰਾਗ। ਬਈ ਜਿਨ੍ਹਾਂ ਨੇ ਵੀ ਮਾਲਕ ਨਾਲ ਮਿਲਾਪ ਕੀਤਾ, ਸਾਧ ਸੰਗਤ ਕਰਕੇ ਕੀਤਾ। ਸੰਤਾਂ ਸਾਧੂਆਂ ਦਾ ਅਸੀਂ ਸੰਗ ਕਰਦੇ, ਫਿਰ ਹੀ ਸਾਨੂੰ ਭੇਤ ਆਉਂਦਾ ਵੀ ਮਾਇਆ ਕੀ ਹੈ, ਅਤੇ ਇਸ ਮਾਇਆ ਤੋਂ ਸਾਡਾ ਕਿਵੇਂ ਛੁਟਕਾਰਾ ਹੋ ਸਕਦਾ, ਕਿਵੇਂ ਅਸੀਂ ਇਸ ਮਾਇਆ ਤੋਂ ਉੱਪਰ ਉੱਠਣਾ। ਹੁਣ ਆਪਾਂ ਤਾਂ ਪਹਿਲਾਂ ਮਾਇਆ ਸਮਝਦੇ ਵੀ ਇਹ ਸੰਸਾਰੀ ਦੁਨਿਆਵੀ ਜਿਹੜੀ ਧਨ ਦੌਲਤ ਹੈ, ਵੀ ਇਹ ਮਾਇਆ ਹੈ। ਹੁਣ ਆਪਾਂ ਨੂੰ ਦੱਸਦੇ ਵੀ ਹੈ ਤਾਂ ਇਹ ਵੀ ਮਾਇਆ, ਪਰ ਜਿਹੜੀ ਅਸਲ ਮਾਇਆ ਹੈ ਉਹ ਸਾਡੇ ਸਾਰਿਆਂ ਦੇ ਅੰਦਰ, ਜਿਹਨੂੰ ਤ੍ਰੈ ਗੁਣ ਕਹਿੰਦੇ, ਜਿਹੜੀ ਵਿਚਾਰਾਂ ਰੂਪੀ ਮਾਇਆ।
ਹੌੜੇ ਪੈਸੇ ਧੇਲੇ ਦੀ ਲੋੜ ਤਾਂ ਆਪਾਂ ਨੂੰ ਮਾਨਸ ਜਾਮੇ ਵੇਚੀਏ, ਹੋਰ ਪਸ਼ੂ ਪੰਛੀ ਉਹ ਪੈਸੇ ਨਹੀਂ ਇਕੱਠੇ ਕਰਦੇ ਕਿਉਂਕਿ ਉਹਨਾਂ ਨੂੰ ਲੋੜ ਨਹੀਂ। ਪਰ ਜਿਹੜੀ ਮਾਇਆ ਉਹ ਉਹਨਾਂ ਨੂੰ ਵੀ ਲੱਗੀ, ਜਿਹਨੂੰ ਪੇਟ ਲੱਗੇ ਉਹਨੂੰ ਮਾਇਆ ਵੀ ਲੱਗੀ। ਹੌੜੇ ਮਾਇਆ ਦਾ ਭੇਤ ਸਾਨੂੰ ਫਿਰ ਸਾਧੂ ਜਨਾਂ ਨੇ ਦੇਣਾ ਹੁੰਦਾ, ਅਤੇ ਫਿਰ ਹੀ ਸਾਡਾ ਇਹ ਮਾਇਆ ਤੋਂ ਛੁਟਕਾਰਾ ਹੁੰਦਾ। ਜਦੋਂ ਸਾਨੂੰ ਸਾਧ ਸੰਗਤ ਮਿਲਦੀ ਉਹ ਸਾਨੂੰ ਦੱਸਦੇ ਵੀ ਮਾਇਆ ਕੀ ਹੈ ਅਤੇ ਕਿਵੇਂ ਅਸੀਂ ਇਹ ਮਾਇਆ ਤੋਂ ਉੱਪਰ ਉੱਠ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ, ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਤਬ ਛੋਟੇ ਜਬ ਸਾਧੂ ਪਾਇਆ। ਬਈ ਜਿਹਨੂੰ ਉਧਰ ਪੇਟ ਲੱਗੇ ਉਹਨੂੰ ਮਾਇਆ ਵੀ ਲੱਗੀ, ਚਾਹੇ ਕੋਈ ਕੀੜੀ ਹੈ ਚਾਹੇ ਹਾਥੀ ਹੈ, ਜਿੰਨੀ ਵੀ 84 ਲੱਖ ਜੂਨ ਹੈ, ਇਹ ਸਭ ਨੂੰ ਮਾਇਆ ਲੱਗੀ ਹੋਈ। ਕਿਉਂਕਿ ਮਾਇਆ ਜਿਹੜੀ ਉਹ ਵਿਚਾਰ ਨੇ, ਇਹ ਤ੍ਰੈ ਗੁਣ ਜਿਹੜੇ ਰਜੋ ਗੁਣ ਤਮੋ ਗੁਣ ਸਤੋ ਗੁਣ, ਇਹਨੂੰ ਮਾਇਆ ਕਹਿੰਦੀ। ਮਾਰੇ ਫਰਮਾਉਂਦੇ ਰਜ ਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਹੌੜੇ ਜਿਹੜੇ 3 ਗੁਣ ਨੇ ਇਹ ਮਾਇਆ। ਜਦੋਂ ਅਸੀਂ ਇਹਦੇ ਵਿੱਚ ਹੁੰਦੇ ਤ੍ਰੈ ਗੁਣਾਂ ਦੇ, ਅਸੀਂ ਮਾਇਆ ਦੇ ਵਿੱਚ ਭਰਮ ਦੇ ਵਿੱਚ ਸੁੱਤੇ ਹੁੰਦੇ। ਜੋ ਮਾਰੇ ਸਾਨੂੰ ਰੋਜ਼ ਫਰਮਾਉਂਦੇ, ਤਿਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆ ਰਹਿਣ ਵਿਹਾਣੀ। ਹੁਣੇ ਮਾਇਆ ਦੇ ਵਿੱਚ ਹੀ ਅਸੀਂ ਭਰਮ ਦੇ ਵਿੱਚ ਸੁੱਤੇ ਹੋਏ ਹਾਂ। ਅਤੇ ਮਾਇਆ ਕੀ ਹੈ? ਵਿਚਾਰ। ਜਿੱਥੇ ਵਿਚਾਰ ਚੱਲਦੇ ਫੁਰਨੇ ਚੱਲਦੇ, ਇਹਨਾਂ ਵਿਚਾਰਾਂ ਦੇ ਵਿੱਚ ਭਰਮ ਹੈ ਅਤੇ ਇਹ ਭਰਮ ਦੇ ਵਿੱਚ ਸਾਡਾ ਮਨ ਹੈ ਜਿਹੜਾ ਸੁੱਤਾ ਹੋਇਆ। ਕਿਵੇਂ ਆਪਾਂ ਸੌਂਦੇ ਹਾਂ, ਜਿਵੇਂ ਹੁਣ ਆਪਾਂ ਇੱਥੇ ਬੈਠੇ ਗੁਰੂ ਘਰ, ਹੁਣ ਆਪਾਂ ਇੱਥੇ ਬੈਠੇ ਬੈਠੇ ਸਾਡਾ ਧਿਆਨ ਬਾਹਰ ਚਲਾ ਜਾਵੇ, ਮਨ ਸਾਡਾ ਕਿਤੇ ਹੋਰ ਵਿਚਾਰਾਂ 'ਚ ਚਲਾ ਗਿਆ, ਸਮਝ ਲਓ ਅਸੀਂ ਇੱਥੇ ਬੈਠੇ ਸੁੱਤੇ ਪਏ। ਹੁਣ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਨ ਉਹ ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ ਸੌਂਦਾ। ਚਾਹੇ ਉਹ ਸਾਡੇ ਵਿਚਾਰ ਰਜੋਗੁਣੀ ਨੇ, ਜਿਹਦੇ ਵਿੱਚ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਚੱਲਦੀਆਂ, ਚਾਹੇ ਉਹ ਸਾਡੇ ਵਿਚਾਰ ਤਮੋਗੁਣੀ ਨੇ, ਜਿਹਦੇ ਵਿੱਚ ਕਾਮ ਕ੍ਰੋਧ ਲੋਭ ਹੰਕਾਰ ਨਿੰਦਿਆ ਚੁਗਲੀ ਈਰਖਾ ਵੈਰ ਵਿਰੋਧ, ਚਾਹੇ ਉਹ ਵਿਚਾਰ ਸਤੋਗੁਣੀ ਨੇ, ਜਿਹਦੇ ਵਿੱਚ ਦਇਆ ਨਰਮਤਾ ਸਹਿਣਸ਼ੀਲਤਾ ਜਾਸਾ ਸੰਤੋਖ। ਹੌੜੇ ਜਿਹੜੇ ਤਿੰਨੇ ਗੁਣ ਨੇ ਇਹ ਨਾਸਵਾਨ ਨੇ, ਮਿਥੇ ਹੋਏ। ਮਾਰੇ ਕਹਿੰਦੇ ਰਾਜ ਬਿਨਾਸੀ ਤਾਮ ਬਿਨਾਸੀ ਸਾਤਕ ਭੀ ਬੇਨਦ, ਦ੍ਰਿਸ਼ਟ ਮਾਨ ਹੈ ਸਗਲ ਵਿਨਾਸੀ ਇੱਕ ਸਾਧ ਬਚਨ ਅਗਦ। ਬਈ ਜਿੰਨਾ ਵੀ ਦ੍ਰਿਸ਼ਟਮਾਨ ਜੋ ਵੀ ਆਪਾਂ ਨੂੰ ਇਹਨਾਂ ਅੱਖਾਂ ਨਾਲ ਦਿਸਦਾ, ਇਹ ਸਾਰਾ ਕੁਛ ਨਾਸਵਾਨ ਹੈ, ਇਹ ਸਦਾ ਰਹਿਣ ਵਾਲਾ ਨਹੀਂ। ਅਤੇ ਜਿਹੜੇ ਤ੍ਰੈ ਗੁਣ ਨੇ ਇਹ ਵੀ ਨਾਸਵਾਨ, ਇਹ ਰਜੋ ਗੁਣ ਤਮੋ ਗੁਣ ਸਤੋ ਗੁਣ, ਇਹਨਾਂ ਦਾ ਵੀ ਵਿਨਾਸ਼ ਹੋ ਜਾਣ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਅਸੀਂ ਇਹਨਾਂ ਤਿੰਨਾਂ ਤੋਂ ਉੱਪਰ ਉੱਠੀਏ, ਅਸੀਂ ਚੌਥੇ ਪਦ ਵਿੱਚ ਜਾਈਏ, ਚੌਥੇ ਪਦ ਨੂੰ ਚੀਨੀਏ, ਅਤੇ ਫਿਰ ਸਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ। ਮਹਾਰਾਜ ਤਾਈਓ ਫਰਮਾਉਂਦੇ, ਚੌਥੇ ਪਦ ਕੋ ਜੋ ਨਰ ਚੀਨੇ ਤਿਨੇ ਪਰਮ ਪਦ ਪਾਇਆ। ਵੀ ਜਿਨ੍ਹਾਂ ਨੇ ਚੌਥੇ ਪਦ ਦੀ ਪਹਿਚਾਣ ਕਰ ਲਈ, ਜਿਨ੍ਹਾਂ ਨੂੰ ਭੇਦ ਆ ਗਿਆ ਚੌਥੇ ਪਦ ਦਾ, ਉਹਨਾਂ ਨੇ ਪਰਮ ਪਦ ਵੀ ਪ੍ਰਾਪਤ ਕਰਤੀ। ਹੌੜੇ ਤਿੰਨਾਂ ਗੁਣਾਂ ਦੇ ਵਿੱਚ ਸਾਰਾ ਸੰਸਾਰ ਹੈ ਜਿਹੜਾ ਭਰਮ ਦੇ ਵਿੱਚ ਸੁੱਤਾ ਪਿਆ, ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ। ਹੁਣ ਮਹਾਰਾਜ ਕਹਿੰਦੇ ਵੀ ਜੀਵ ਦੀ ਸੁੱਤੇ ਦੀ ਰਾਤ ਬੀਤ ਜਾਂਦੀ, ਵੀ ਸਾਡੀ ਜਿਹੜੀ ਜੀਵਨ ਸਾਡੀ ਆਰਜੂ ਇਹ ਸਾਰੀ ਸੁੱਤੇ ਦੀ ਲੰਘ ਜਾਂਦੀ ਮਨਮੁੱਖ 'ਚ। ਬਈ ਉਹ ਜਾਗਦਾ ਨਹੀਂ, ਉਹ ਭਰਮ ਦੇ ਵਿੱਚ ਹੀ ਸੁੱਤਾ ਰਹਿੰਦਾ। ਮਹਾਰਾਜ ਤਾਈਓ ਹੁਣ ਸਾਨੂੰ ਫਿਰ ਸਮਝਾਉਂਦੇ ਵੀ ਭਰਮ 'ਚ ਨਾ ਰਹੋ, ਸੁੱਤੇ ਨਾ ਰਹੋ, ਜਾਗੋ। ਵੀ ਜਿਸ ਸੰਸਾਰ ਨੂੰ ਅਸੀਂ ਆਪਦਾ ਸਮਝਦੇ ਵੀ ਸਾਡਾ ਹੈ ਜੀ, ਇਹ ਸਾਡਾ ਪਰਿਵਾਰ ਹੈ, ਸਾਡੇ ਮਾਂ ਪਿਓ ਨੇ, ਸਾਡੇ ਭੈਣ ਭਰਾ ਨੇ, ਸਾਡੇ ਧੀਆਂ ਪੁੱਤਰ ਨੇ,
ਮਹਾਰਾਜ ਕਹਿੰਦੇ ਵੀ ਇਹਨਾਂ ਦੇ ਵਿੱਚ ਉਹਦਾ ਤੁਹਾਡਾ ਹੋਣਾ ਕਿਸੇ ਨੇ ਕੀ ਹੈ, ਜਿਹੜਾ ਸਰੀਰ ਹੈ ਵੀ ਤੁਹਾਡਾ ਨਹੀਂ, ਇਹ ਸਰੀਰ ਨੇ ਵੀ ਸਾਡੇ ਨਾਲ ਨਹੀਂ ਜਾਣਾ, ਹੋਰ ਤਾਂ ਨਾਲ ਜਾਣਾ ਕਿਹਨੇ, ਇਹ ਵੀ ਅਸੀਂ ਇੱਥੇ ਛੱਡ ਜਾਣਾ। ਮਹਾਰਾਜ ਤਾਈਓ ਮਨ ਨੂੰ ਸਮਝਾਉਂਦੇ ਫਰਮਾਉਂਦੇ, ਜਾਗ ਲੈ ਹੋਰੇ ਮਨਾ ਜਾਗ ਲੈ ਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਵੀ ਇਹ ਜਿਹੜਾ ਤਨ ਹੈ ਸਰੀਰ, ਇਹਨੇ ਵੀ ਤੇਰੇ ਨਾਲ ਨਹੀਂ ਜਾਣਾ, ਇਹਨੇ ਵੀ ਤੇਰਾ ਸਾਥ ਨਹੀਂ ਦੇਣਾ, ਇਹਨੇ ਵੀ ਇੱਥੇ ਹੀ ਰਹਿ ਜਾਣਾ। ਰੋਜ਼ ਦੀ ਰੋਜ਼ ਆਪਾਂ ਇਹ ਕੱਪੜਾ ਲਾ ਕੇ ਇੱਥੇ ਛੱਡ ਜਾਂਦੇ ਹਾਂ, ਜਦੋਂ ਰਾਤ ਪੈਂਦੀ ਇਹ ਕੱਪੜਾ ਆਪਾਂ ਲਾ ਜਾਂਦੇ ਇੱਥੇ, ਜਦੋਂ ਸਮਾਂ ਸਾਡਾ ਦਿੱਤਾ ਹੋਇਆ ਖਤਮ ਹੋ ਗਿਆ ਤੇ ਇਹਨੂੰ ਅਸੀਂ ਸਦਾ ਵਾਸਤੇ ਲਾ ਦੇਣਾ ਇਸ ਕੱਪੜੇ ਨੂੰ। ਹੁਣ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਬੇਸ਼ੱਕ ਅਸੀਂ ਇੱਧਰ 100 ਸਾਲ ਕੱਢ ਵੀ ਜਾਈਏ, ਵੀ ਕਿੰਨਾ ਕੁ ਸਮਾਂ ਜੀ, ਵੱਧ ਤੋਂ ਵੱਧ 100 ਸਾਲ, ਵੈਸੇ ਤਾਂ 100 ਕੱਢਦਾ ਨਹੀਂ। ਬਈ ਜੇ ਮੰਨ ਲਓ ਵੀ ਅਸੀਂ 100 ਕੱਢ ਵੀ ਜਾਵਾਂਗੇ ਤੇ ਫਿਰ ਕਿਹੜਾ ਅਸੀਂ ਮਰਨਾ ਨਹੀਂ, ਫਿਰ ਵੀ ਜਾਣਾ ਹੀ ਜਾਣਾ ਇੱਥੋਂ। ਮਹਾਰਾਜ ਤਾਈਓ ਫਰਮਾਉਂਦੇ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਨ ਭੀ ਤਨ ਹੋ ਸਿੱਖੇ। ਬਈ ਜੇ ਅਸੀਂ 100 ਸਾਲ ਮੰਨ ਲਓ ਕੱਢ ਵੀ ਜਾਵਾਂਗੇ ਤੇ ਫਿਰ ਵੀ ਇਹਨੇ ਤਾਂ ਮਿੱਟੀ ਦੇ ਵਿੱਚ ਮਿੱਟੀ ਹੋਣਾ ਹੀ ਹੋਣਾ ਹੈ, ਫਿਰ ਵੀ ਸਾਨੂੰ ਇੱਥੋਂ ਜਾਣਾ ਹੀ ਪੈਣਾ। ਹੁਣ ਜਦੋਂ ਅਸੀਂ ਇੱਥੋਂ ਜਾਣਾ ਹੀ ਹੈ ਤੇ ਜਾਣਾ ਕਿੱਥੇ, ਫਿਰ ਉਹਦੀ ਅਸੀਂ ਚਿੰਤਾ ਕਿਉਂ ਨਹੀਂ ਕਰਦੇ, ਉਹਦਾ ਫਿਕਰ ਕਿਉਂ ਨਹੀਂ ਕਰਦੇ। ਜਿੱਥੇ ਅਸੀਂ ਜਾ ਕੇ ਸਦਾ ਵਸਣਾ, ਜਿਹੜੇ ਘਰ ਦੇ ਵਿੱਚ, ਮਹਾਰਾਜ ਕਹਿੰਦੇ ਉਹਦੀ ਚਿੰਤਾ ਨਹੀਂ, ਜਿਹਨੂੰ ਅਸੀਂ ਛੱਡ ਜਾਣਾ, ਜਿਹੜਾ ਮਿੱਟੀ ਦਾ ਮਿੱਟੀ ਵਿੱਚ ਮਿਲ ਜਾਣਾ, ਇਹਦੇ ਵਾਸਤੇ ਜੀਵ ਕਿੰਨਾ ਉਦਮ ਕਰਦਾ, ਕਿੰਨੀ ਚਿੰਤਾ, ਕਿੰਨਾ ਫਿਕਰ ਕਰਦਾ, ਕਿੰਨੀ ਭੱਜ ਦੌੜ ਕਰਦਾ ਸੰਸਾਰ 'ਚ। ਮਹਾਰਾਜ ਇਸ ਲਈ ਫਰਮਾਉਂਦੇ, ਜੋ ਘਰ ਛੱਡ ਗਵਾਵਣਾ ਸੋ ਲਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣ ਤਿਸ ਕੀ ਚਿੰਤਾ ਨਾਹੀਂ। ਬਈ ਜਿਹੜਾ ਘਰ ਛੱਡ ਜਾਣਾ ਉਹਦੇ ਵਾਸਤੇ ਦਿਨ ਰਾਤ ਫਿਕਰ ਲੱਗੇ ਹੋਏ, ਵੀ ਇਹਨੂੰ ਸਰੀਰ ਨੂੰ ਕਿਵੇਂ ਪਾਲੀਏ ਜੀ, ਇਹਦੇ ਵਾਸਤੇ ਕਿਵੇਂ ਸੁੱਖ ਸਹੂਲਤਾਂ ਇਕੱਠੀਆਂ ਕਰੀਏ ਵੱਧ ਤੋਂ ਵੱਧ। ਤੇ ਜਿੱਥੇ ਅਸੀਂ ਜਾ ਕੇ ਸਦਾ ਵਸਣਾ, ਇਹ ਸਰੀਰ ਨੂੰ ਛੱਡ ਕੇ, ਉਹ ਘਰ ਦਾ ਕਦੇ ਫਿਕਰ ਨਹੀਂ, ਕਦੇ ਚਿੰਤਾ ਨਹੀਂ ਕੀਤੀ। ਬਈ ਅਸੀਂ ਉਹ ਘਰ ਦੇਖਿਆ ਨਹੀਂ ਅੱਗੇ, ਜਦੋਂ ਅਸੀਂ ਇਹਨੂੰ ਛੱਡਾਂਗੇ ਜਾਂ ਜਾਵਾਂਗੇ ਕਿੱਥੇ, ਵੀ ਉਹ ਘਰ ਕਿਹੋ ਜਿਹਾ, ਤੇ ਉਹ ਘਰ ਦਾ ਭੇਤ ਨਹੀਂ ਲਿਆ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਤੁਹਾਡਾ ਅਸਲ ਘਰ ਨਹੀਂ, ਇਹ ਸਾਡਾ ਅਸਲ ਡੇਰਾ ਨਹੀਂ, ਇਹ ਸਾਨੂੰ ਛੱਡਣਾ ਪੈਣਾ, ਖਾਲੀ ਕਰਨਾ ਪੈਣਾ। ਹੁਣ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਤੁਸੀਂ ਆਪਣੇ ਅਸਲ ਘਰ ਦੀ, ਅਸਲ ਡੇਰੇ ਦੀ ਪਹਿਚਾਣ ਕਰ ਲਓ। ਫਰਮਾਉਂਦੇ ਨੇ, ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ, ਊਹਾਂ ਡੇਰਾ ਕੇ ਸੰਜਮੋ ਗੁਰ ਕੇ ਸ਼ਬਦ ਪਛਾਣ। ਵੀ ਹੁਣ ਗੁਰੂ ਦੇ ਸ਼ਬਦ ਦੁਆਰਾ ਅਸੀਂ ਆਪਦੇ ਘਰ ਦੀ ਪਹਿਚਾਣ ਕਰਨ, ਜਿੱਥੇ ਅਸੀਂ ਸਦਾ ਵਸਣਾ, ਇਹ ਤਾਂ ਸਾਨੂੰ ਖਾਲੀ ਕਰਨਾ ਪੈਣਾ, ਇਹ ਤਾਂ ਸਾਨੂੰ ਛੱਡਣਾ ਹੀ ਪੈਣਾ। ਜਿਹਨੂੰ ਹੁਣ ਆਪਾਂ ਦੇਖਦੇ ਵੀ ਜਿਹਦੇ 'ਤੇ ਜੀਵ ਹੰਕਾਰ ਕਰਦਾ, ਹਉਮੈ ਕਰਦਾ, ਇਸ ਸਰੀਰ ਦੇ ਉੱਤੇ ਹੌਲੀ ਹੌਲੀ ਜਿਉਂ-ਜਿਉਂ ਸਰੀਰ ਵੱਡਾ ਹੁੰਦਾ, ਤਿਉਂ-ਤਿਉਂ ਇਹ ਗਿਆਨ ਇੰਦਰੀ, ਕਰਮ ਇੰਦਰੀ ਸਾਥ ਛੱਡਦੇ ਜਾਂਦੇ। ਮਹਾਰਾਜ ਕਹਿੰਦੇ ਜਿਹੜੇ ਦੰਦ ਸੀ ਉਹ ਦੰਦ ਸਾਥ ਛੱਡ ਕੇ ਨਿਕਲ ਗਏ, ਜਿਹੜੀਆਂ ਅੱਖਾਂ ਸੀ ਉਹ ਅੱਖਾਂ ਸਾਥ ਛੱਡ ਚੱਲੀਆਂ, ਦਿਸਣਾ ਘੱਟ ਹੋ ਗਈ। ਜਿਹੜੇ ਕੰਨ ਸੀ ਉਹ ਕੰਨ ਵੀ ਸਾਥ ਛੱਡ ਚੱਲੇ। ਇਸ ਵਾਸਤੇ ਫਿਰ ਸਮਝਾਉਂਦੇ ਵੀ ਇਹਨੇ ਤਾਂ ਇੱਕ ਦਿਨ ਛੱਡਣਾ ਹੀ ਛੱਡਣਾ, ਇਹਨੇ ਤਾਂ ਇੱਕ ਦਿਨ ਖਤਮ ਹੋਣਾ ਹੀ ਹੋਣਾ, ਨਾਸ ਹੋਣਾ ਹੀ ਹੋਣਾ। ਮਹਾਰਾਜ ਇਸ ਲਈ ਫਰਮਾਉਂਦੇ, ਚੱਬਣ ਚੱਲਣ ਰਤਨ ਸੇ ਸੁਣੀਆਂ ਰਹਿ ਗਏ, ਹੇੜੇ ਮੋਤੀ ਧਾ ਸੇ ਜਾਨੀ ਚੱਲ ਗਏ।
ਵੀ ਇਹ ਜਿਹੜੇ ਗਿਆਨ ਇੰਦਰੇ ਕਰਮ ਇੰਦਰੇ ਸੀ ਜਾਂਦੇ ਲੱਗੇ ਤਾਂ ਸਾਥ ਛੱਡ ਚੱਲੇ, ਜਿਹਦੇ ਤੇ ਅਸੀਂ ਹੰਕਾਰ ਕਰਦੇ ਸੀ, ਹਉਮੈ ਕਰਦੇ ਸੀ। ਹੁਣ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਇਹ ਸਦਾ ਨਹੀਂ ਰਹਿਣਾ। ਜਿਹੜਾ ਇਹਦੇ ਅੰਦਰ ਵੱਸਦਾ ਉਹਦੀ ਪਹਿਚਾਣ ਕਰੋ, ਉਹ ਕੌਣ ਹੈ। ਮਹਾਰਾਜ ਫਰਮਾਉਂਦੇ ਸਾਧੋ ਇਹ ਤਨ ਮਿਥਿਆ ਜਾਣੋ, ਜਾ ਭੀਤਰ ਜੋ ਰਾਮ ਵਸਤ ਹੈ ਸੱਚ ਹੋਤਾ ਹੈ ਪਹਿਚਾਣੋ। ਵੀ ਸਾਧੋ ਇਹ ਸਰੀਰ ਨੂੰ ਮਿਥਿਆ ਸਮਝੋ। ਮਿਥਿਆ ਹੁੰਦਾ ਨਾਸਵਾਨ, ਵੀ ਇਹਦਾ ਕੋਈ ਪਤਾ ਨਹੀਂ ਇਹਨੇ ਕਦੋਂ ਖਤਮ ਹੋ ਜਾਣਾ, ਕਦੋਂ ਇਹਦਾ ਨਾਸ ਹੋ ਜਾਣਾ। ਜਿਹੜਾ ਇਹਦੇ ਅੰਦਰ ਵੱਸਦਾ, ਜੇ ਅਸੀਂ ਅੰਦਰਲੇ ਦੀ ਪਹਿਚਾਣ ਕੀਤੀ ਹੋਏਗੀ, ਉਹ ਨਾਸ ਨਹੀਂ ਹੋਣ ਵਾਲਾ, ਉਹ ਸਦਾ ਅਬਨਾਸੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜਿਹੜਾ ਅੰਦਰ ਵੱਸਦਾ ਉਹਦੀ ਪਹਿਚਾਣ ਕਰੋ, ਅਤੇ ਆਪਣੇ ਆਪੇ ਦੀ ਪਹਿਚਾਣ ਕਰੋ ਵੀ ਤੁਸੀਂ ਕੌਣ। ਹੁਣ ਸਾਨੂੰ ਭਰਮ ਕੀ ਪੈ ਗਿਆ ਵੀ ਅਸੀਂ ਆਪਦੇ ਆਪ ਨੂੰ ਇਹ ਸਰੀਰ ਸਮਝਦੇ ਹਾਂ, ਵੀ ਮੈਂ ਇਹ ਸਰੀਰ, ਜਦ ਕਿ ਆਪਾਂ ਇਹ ਸਰੀਰ ਨਹੀਂ ਹੈ। ਆਪਾਂ ਉਹ ਹਾਂ ਜਿਹੜਾ ਇਸ ਸਰੀਰ ਨੂੰ ਲੈ ਕੇ ਚੱਲਦਾ। ਜਿਵੇਂ ਸਵੇਰੇ ਇਸ ਸਰੀਰ ਦੇ ਵਿੱਚ ਆਉਂਦਾ ਮਨ, ਇਹਨੂੰ ਲੈ ਕੇ ਚੱਲਦਾ, ਕੰਮ ਕਾਰ ਕਰਦੇ। ਜਦੋਂ ਰਾਤ ਪੈਂਦੀ ਹੈ ਸਰੀਰ ਨੂੰ ਛੱਡ ਜਾਂਦਾ, ਆਪਣੇ ਦੇਸ਼ ਨੂੰ ਮੁੜ ਜਾਂਦਾ, ਅਤੇ ਫਿਰ ਇਹ ਸਰੀਰ ਚੱਲਦਾ ਨਹੀਂ, ਫਿਰ ਇਹ ਕੰਮ ਕਾਰ ਨਹੀਂ ਕਰਦਾ, ਕਿਉਂਕਿ ਜਿਹੜਾ ਇਹਨੂੰ ਚਲਾਉਣ ਵਾਲਾ ਸੀ ਉਹ ਇਹਨੂੰ ਛੱਡ ਕੇ ਚਲਾ ਗਿਆ। ਹੁਣ ਆਪਾਂ ਉਹ ਹਾਂ ਜਿਹੜਾ ਇਹਨੂੰ ਚਲਾਉਂਦਾ ਹੈ, ਉਹਨੂੰ ਕਹਿੰਦੇ ਮਨ। ਮਨ ਜਿਹੜਾ ਹੈ ਉਹ ਜੋਤ ਸਰੂਪ ਪ੍ਰਕਾਸ਼ ਰੂਪ। ਮਨ ਅਕਾਲ ਪੁਰਖ ਪਰਮੇਸ਼ਰ ਦਾ ਬੱਚਾ ਹੈ। ਜਿਵੇਂ ਇਹ ਜਿਹੜਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਦ੍ਰਿਸ਼ਟਮਾਨ, ਇਹ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਤਿਆਰ ਹੋਈ। ਮਹਾਰਾਜ ਫਰਮਾਉਂਦੇ ਮਾਤ ਪਿਤਾ ਸੰਯੋਗ ਪਾਏ ਰਕਤ ਬਿੱਧ ਮਿਲ ਪਿੰਡ ਕਰੇ। ਵੀ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਇਹ ਜਿਹੜਾ ਪੰਜਾਂ ਤੱਤਾਂ ਦਾ ਸਰੀਰ, ਇਹ ਸਰੀਰ ਬਣਦਾ। ਹੁਣ ਜਿਹੜਾ ਮਨ ਹੈ, ਉਹ ਮਨ ਦਾ ਜਿਹੜਾ ਮਾਤਾ ਪਿਤਾ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ। ਹੁਣ ਇਹ ਤਨ ਕਰਕੇ ਸਰੀਰ ਕਰਕੇ ਤਾਂ ਆਪਣੇ ਮਾਂ ਪਿਓ ਵੱਖੋ ਵੱਖਰੇ ਨੇ, ਪਰ ਜਿਹੜੇ ਸਾਡੇ ਮਨ ਨੇ, ਸਾਡੇ ਸਾਰਿਆਂ ਦੇ ਮਨਾਂ ਦਾ ਪਿਤਾ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ। ਆਪਾਂ ਸਾਰੇ ਉਹਦੇ ਬੱਚੇ ਹਾਂ। ਮਹਾਰਾਜ ਤਾਂਹੀਓ ਫਰਮਾਉਂਦੇ ਏਕ ਪਿਤਾ ਏਕ ਸਕੇਹਾ ਬਾਰਕ। ਹੁਣ ਜਿਹੜਾ ਆਪਣਾ ਮਾਤਾ ਪਿਤਾ ਉਹ ਪ੍ਰਕਾਸ਼ ਰੂਪ, ਅਤੇ ਅਸੀਂ ਉਹਦੇ ਬੱਚੇ ਹਾਂ, ਅਸੀਂ ਵੀ ਪ੍ਰਕਾਸ਼ ਰੂਪ। ਆਪਾਂ ਆਪਦੇ ਮਾਂ ਪਿਓ ਵਰਗੇ ਹੀ। ਹੁਣ ਆਪਣੇ ਮਨ ਦਾ ਜਿਹੜਾ ਜਨਮ ਹੈ ਉਹ ਪ੍ਰਕਾਸ਼ ਤੱਤਾਂ ਦੇ ਵਿੱਚੋਂ ਹੋਇਆ। ਪੰਜ ਤੱਤ ਨੇ ਜਿਹੜੇ ਉਹ ਸੂਖਮ ਪ੍ਰਕਾਸ਼ ਰੂਪ। ਜਦੋਂ ਉਹਨਾਂ ਨੂੰ ਸੁੰਨ ਦੇ ਵਿੱਚੋਂ ਪ੍ਰਗਟ ਕੀਤਾ ਜਾਂਦਾ ਅਤੇ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ, ਉੱਥੋਂ ਇੱਕ ਜੋਤ ਪ੍ਰਗਟ ਹੁੰਦੀ। ਉਸ ਜੋਤ ਦਾ ਨਾਮ ਮਨ ਰੱਖਿਆ। ਹੁਣ ਇਹ ਮਨ ਦਾ ਕਿੱਥੋਂ ਜਨਮ ਹੋਇਆ, ਕਿੱਥੋਂ ਇਹ ਪ੍ਰਗਟ ਹੋਇਆ? ਗੁਰੂ ਨਾਨਕ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ, ਇਹ ਮਨ ਕਰਮਾਂ, ਇਹ ਮਨ ਧਰਮਾਂ, ਇਹ ਮਨ ਪੰਜ ਤੱਤ ਤੇ ਜਨਮਾਂ। ਸਾਗਤ ਲੋਭੀ ਇਹੋ ਮਨ ਮੂੜਾ, ਗੁਰਮੁਖ ਨਾਮ ਜਪੀਏ ਮਨ ਰੂੜਾ। ਵੀ ਇਹ ਸਾਡੇ ਮਨ ਦਾ ਜਿਹੜਾ ਜਨਮ ਹੈ ਪੰਜਾਂ ਤੱਤਾਂ ਤੋਂ ਹੋਇਆ। ਜਿਵੇਂ ਇਹ ਸਰੀਰ ਵੀ ਪੰਜਾਂ ਤੱਤਾਂ ਦਾ ਬਣਿਆ, ਇਹ ਦ੍ਰਿਸ਼ਟਮਾਨ ਪੰਜ ਤੱਤ ਨੇ। ਜਿਵੇਂ ਪੌਣ ਪਾਣੀ, ਆਗਨ ਮਿੱਟੀ ਅਤੇ ਆਕਾਸ਼ ਤੱਤ। ਜਿਹੜਾ ਆਪਣਾ ਮਨ ਹੈ ਉਹ ਪ੍ਰਕਾਸ਼ ਦੇ ਵਿੱਚੋਂ ਪ੍ਰਗਟ ਹੋਏ। ਪੰਜ ਤੱਤ ਸੋਨੋ ਪ੍ਰਗਾਸਾ, ਦੇਹ ਸੰਜੋਗੀ ਕਰਮ ਅਭਿਆਸਾ। ਹੁਣ ਆਪਾਂ ਮਨ ਹਾਂ ਜਿਹੜਾ ਕਿ ਜੋਤ ਸਰੂਪ ਪ੍ਰਕਾਸ਼ ਰੂਪ। ਹੁਣ ਜਿੰਨਾ ਵੀ ਉਪਦੇਸ਼ ਮਨ ਨੂੰ ਦਿੱਤਾ ਜਾਂਦਾ, ਇਹ ਸਰੀਰ ਨੂੰ ਨਹੀਂ ਦਿੱਤਾ ਜਾਂਦਾ, ਤਨ ਜਿਹੜਾ ਇਹਦੇ ਅੰਦਰ ਮਨ ਵੱਸਦਾ ਉਹਨੂੰ ਸਮਝਾਇਆ ਜਾ ਰਿਹਾ। ਸਾਰੀ ਕਹਾਣੀ ਉਹਦੀ ਚੱਲਦੀ। ਤਾਂਹੀਓ ਫਿਰ ਆਪਣੇ ਮਨ ਨੂੰ ਸਮਝਾਉਂਦੇ ਵੀ ਤੂੰ ਜੋਤ ਸਰੂਪ ਪ੍ਰਕਾਸ਼ ਰੂਪ, ਤੂੰ ਪਹਿਚਾਣ ਕਰ ਆਪਣੇ ਆਪੇ ਦੀ ਅਤੇ ਆਪਦੇ ਮੂਲ ਦੀ ਪਹਿਚਾਣ ਕਰ ਵੀ ਤੂੰ ਕੌਣ ਹੈ ਅਤੇ ਕਿੱਥੋਂ ਆਇਆ, ਕਿੱਥੋਂ ਤੈਨੂੰ ਭੇਜਿਆ ਗਿਆ, ਵੀ ਤੇਰਾ ਮੂਲ ਕੀ ਹੈ, ਤੇਰਾ ਮਾਤਾ ਪਿਤਾ ਕੌਣ ਹੈ, ਉਹਦੀ ਪਹਿਚਾਣ ਕਰ।
महाराज ताइयों फरमाउंदे मन तू जोत स्वरूप है अपना मूल पछाण, मन हर जी तेरे नाल है गुरमती रंग मान। मानो कहते भी तू जोत स्वरूप प्रकाश रूप, तू आपदे आप नूं आ चम ना समझ शरीर भी ਇਹਦਾ घर है ਜਿਹੜਾ शरीर है ये तो तेन कुछ समय वास्ते मिले आ, जिवें इदां दे घर सानूं पहिलां भी मिलते रहे भी ਪਹਿਲਾਂ ਅਸੀਂ ਹੋਰ ਘਰ 'ਚ ਸੀ, ਜਦੋਂ ਆਪਾਂ ਨੂੰ ਆ ਨਹੀਂ ਸੀ ਘਰ ਮਿਲਿਆ ਉਦੋਂ ਕੋਈ ਹੋਰ ਘਰ ਮਿਲਿਆ ਹੋਇਆ ਸੀ, ਆਪਾਂ ਉੱਥੇ ਸੀ, ਉਸ ਤੋਂ ਪਹਿਲਾਂ ਕਿਤੇ ਹੋਰ ਸੀ। ਹੁਣ ਜਿਉਂ ਆਪਾਂ ਸਤਯੁਗ ਤੋਂ ਚੱਲੇ ਹਾਂ ਇਹ ਗਾਂ ਦੀ ਗਾਂ ਅਸੀਂ ਘਰ ਬਦਲਦੇ ਆ ਰਹੇ ਹਾਂ, ਆਕਾਰ ਬਦਲਦੇ ਆ ਰਹੇ ਹਾਂ, ਆਪਾਂ ਉਹੀ ਹਾਂ, ਮਨ ਉਹੀ ਹੈ, ਜੋਤ ਉਹੀ ਹੈ, ਆਕਾਰ ਕੱਪੜਾ ਹੋਰ ਚੜਾ ਦਿੰਦੇ ਨੇ। ਮਾਰੇ ਤਾਈਆਂ ਫਿਰ ਦੱਸਦੇ ਵੀ ਕਿਹੜੇ ਕਿਹੜੇ ਘਰਾਂ ਦੇ ਵਿੱਚ ਦੀ ਅਸੀਂ ਹੁੰਦੇ ਆ ਰਹੇ ਹਾਂ। ਫਰਮਾਉਂਦੇ ਨੇ ਅਸਥਾਵਰ ਜੰਗਮ ਕੀਟ ਪਤੰਗਾ, अनेक जन्म किए बहु रंगा, ऐसे घर हम बहुत वसाए जब हम राम गर्भ होए आए। बई असी इन्हां जूनां दे विचों इन्हां आकारां दे विचों असी हुंदे आ रहे इन्हां घरां दे विच। भी किते असी पत्थर बन जांदे, पहाड़ बन जांदे, किते आपां जंगली जीव बन जांदे, किते पशु पंछी बन जांदे। इन्हां आकारां दे विचों ये घर ने, जिन्नी 84 ਲੱਖ जून ने घर है। ਹੁਣ ਇਹਨਾਂ ਘਰਾਂ ਦੇ ਵਿੱਚ ਦੀ ਜਿਹੜਾ ਹੁੰਦਾ ਆ ਰਿਹਾ ਆਪਾਂ ਉਹ ਆ, ਉਹਨੂੰ ਮਨ ਕਹਿੰਦੇ। ਉਹ ਹੁਣ ਆਪਾਂ ਨੂੰ ਆਹ ਘਰ ਮਿਲ ਗਿਆ, ਇਹ ਘਰ ਹੈ ਜਿਹੜਾ 84 ਲੱਖ ਜੂਨ ਤੋਂ ਧਮ ਮਨ ਸਜਾਮਾ। ਹੁਣ ਇਹਦੇ ਵਿੱਚ ਆਪਾਂ ਨੂੰ ਇਹ ਮੌਕਾ ਦਿੱਤਾ ਜਾਂਦਾ ਵੀ ਤੁਸੀਂ ਆਪਦੇ ਆਪੇ ਦੀ ਪਹਿਚਾਣ ਕਰ ਲਓ ਵੀ ਤੁਸੀਂ ਕੌਣ, ਤੁਸੀਂ ਆਪਦੇ ਅਸਲ ਘਰ ਦੀ ਪਹਿਚਾਣ ਕਰ ਲਓ, ਤੁਸੀਂ ਆਪਦੇ ਮੂਲ ਦੀ ਪਹਿਚਾਣ ਕਰ ਲਓ, ਸੱਚ ਦੀ, ਪਰਮਾਤਮਾ ਦੀ, ਉਹਦੇ ਨਾਲ ਮਿਲਾਪ ਕਰ ਲਓ ਅਤੇ ਸਦਾ ਵਾਸਤੇ ਅਮਰ ਹੋ ਜਾਓ, ਤਾਂ ਕਿ ਵਾਰ ਵਾਰ ਜਿਹੜਾ ਅਸੀਂ ਜੰਮਦੇ ਮਰਦੇ, ਵਾਰ ਵਾਰ ਅਸੀਂ ਘਰ ਬਦਲਦੇ, ਸਾਡਾ ਇਹ ਆਵਾਗਾਉਣ ਦਾ ਚੱਕਰ ਸਦਾ ਵਾਸਤੇ ਖਤਮ ਹੋ ਜੇ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਬੜੇ ਚਿਰਾਂ ਬਾਅਦ ਸਾਨੂੰ ਇਹ ਮੌਕਾ ਹੈ, ਸਾਨੂੰ ਇਹ ਵਾਰੀ ਦਿੱਤੀ ਜਾਂਦੀ। ਹੋਰਾਂ ਆਕਾਰਾਂ ਦੇ ਵਿੱਚ ਤਾਂ ਆਪਾਂ ਖੇਲ ਨੂੰ ਹਾਰਦੇ ਰਹਿੰਦੇ ਕਿਉਂਕਿ ਉਹਦੇ ਵਿੱਚ ਇਹ ਸੋਝੀ, ਇਹ ਵਾਰੀ ਨਹੀਂ ਦਿੱਤੀ ਜਾਂਦੀ, ਮੌਕਾ ਨਹੀਂ ਦਿੱਤਾ ਜਾਂਦਾ। ਮਹਾਰਾਜ ਤਾਈਆਂ ਫਰਮਾਉਂਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਬਈ ਪਹਿਲਾਂ ਤਾਂ ਅਸੀਂ ਫਿਰਦੇ ਫਿਰਦੇ ਹੋਰਾਂ ਆਕਾਰਾਂ ਦੇ ਵਿੱਚ ਹਾਰਦੇ ਹੀ ਆ ਰਹੇ ਹਾਂ, ਕਿਉਂਕਿ ਸਾਨੂੰ ਪਹਿਚਾਣ ਨਹੀਂ ਹੋਈ ਆਪਣੇ ਆਪੇ ਦੀ, ਆਪਦੇ ਘਰ ਦੀ। ਹੁਣ ਆਪਾਂ ਨੂੰ ਇਹ ਮੌਕਾ ਵਾਰੀ ਮਿਲੀ ਅਤੇ ਕਹਿੰਦੇ ਹੁਣ ਤੁਸੀਂ ਪਹਿਚਾਣ ਕਰ ਵੀ ਪਹਿਲਾਂ ਤਾਂ ਹੋਰਾਂ ਆਕਾਰਾਂ 'ਚ ਇਹ ਮੌਕਾ ਨਹੀਂ ਸੀ। ਮਹਾਰਾਜ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹੋ ਦੇਹ ਸੰਜਰੀ। ਵੀ ਬੜੇ ਚਿਰਾਂ ਬਾਅਦ ਸਾਨੂੰ ਇਹ ਦੇਹ ਮਿਲੀ ਅਤੇ ਕਾਹਦੇ ਵਾਸਤੇ? ਪਰਮਾਤਮਾ ਨੂੰ ਮਿਲਣ ਵਾਸਤੇ, ਆਪਣੇ ਆਪੇ ਦੀ ਪਹਿਚਾਣ ਕਰਨ ਵਾਸਤੇ। ਤਾਈਆਂ ਆਪਾਂ ਨੂੰ ਰੋਜ਼ ਫਰਮਾਉਂਦੇ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ। ਵੀ ਹੁਣ ਵਾਰੀ, ਹੁਣ ਸਾਨੂੰ ਮੌਕਾ, ਹੁਣ ਅਸੀਂ ਪਹਿਚਾਣ ਕਰ ਸਕਦੇ ਵੀ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਸਾਡਾ ਪਿਛੋਕੜ ਕੀ ਹੈ, ਉਹ ਸਾਰਾ ਫਿਰ ਆਪਾਂ ਨੂੰ ਦੱਸੀ ਜਾ ਰਹੇ ਸਤਿਗੁਰੂ ਗੁਰਬਾਣੀ ਗੁਰੂ ਰਾਏ। ਜਿਵੇਂ ਹੁਣ ਆਪਾਂ ਗੁਰੂ ਘਰ ਆਉਂਦੇ ਹਾਂ, ਜਿਵੇਂ ਸਾਰੇ ਹੀ ਆਉਂਦੇ ਜੀ ਗੁਰੂ ਘਰ ਆਉਂਦੇ ਆ, ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ ਇੱਥੇ ਆ ਕੇ ਜੀਵ ਨਮਸਕਾਰ ਕਰਦਾ, ਮੱਥਾ ਟੇਕਦਾ ਅਤੇ ਵਾਪਸ ਮੁੜ ਜਾਂਦਾ। ਜਦੋਂ ਵਾਪਸ ਮੁੜਦਾ ਅਤੇ ਸਤਿਗੁਰੂ ਆਵਾਜ਼ ਦਿੰਦੇ, ਕਹਿੰਦੇ ਵੀ ਜੇ ਤੁਸੀਂ ਇੱਥੇ ਆਈ ਹੋ ਸਾਡੇ ਕੋਲ ਤਾਂ ਸਾਡੀ ਗੱਲ ਵੀ ਸੁਣੋ। ਵੀ ਤੁਹਾਨੂੰ ਪਤਾ ਵੀ ਤੁਸੀਂ ਕੌਣ ਹੋ, ਕਿੱਥੋਂ ਆਏ, ਕਿੰਨਾ ਕੁ ਸਮਾਂ ਤੁਹਾਡੇ ਕੋਲ ਮੁੱਦਤ ਕਿੰਨੀ ਕੁ, ਵੀ ਕਿੰਨਾ ਕੁ ਸਮਾਂ ਤੁਸੀਂ ਇੱਥੇ ਰਹੋਗੇ ਇਸ ਆਕਾਰ ਦੇ ਵਿੱਚ। ਜਦੋਂ ਤੁਹਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ ਫਿਰ ਤੁਸੀਂ ਅੱਗੇ ਜਾਓਗੇ ਕਿੱਥੇ? ਵੀ ਤੁਹਾਨੂੰ ਇਸ ਗੱਲ ਦੀ ਖਬਰ ਹੈ, ਪਤਾ ਹੈ ਤੁਹਾਨੂੰ? ਮਹਾਰਾਜ ਫਿਰ ਸਾਨੂੰ ਇਹ ਸਵਾਲ ਕਰਦੇ, ਸਾਨੂੰ ਪੁੱਛਦੇ
ਕੀ ਪੁੱਛਦੇ ਸਤਿਗੁਰੂ ਫਰਮਾਉਂਦੇ, ਸੁਨ ਰੇ ਤੋ ਕੌਣ ਕਹਾਂ ਤੇ ਆਇਓ, ਏਤੀ ਨਾ ਜਾਨੋ ਕੀਤੀ ਕ ਮੁੱਦਤ ਚਲਤੇ ਖਬਰ ਨਾ ਪਾਇਓ। ਮਹਾਰਾਜ ਕਹਿੰਦੇ ਵੀ ਤੁਹਾਨੂੰ ਪਤਾ ਵੀ ਤੁਸੀਂ ਕਿੱਥੋਂ ਆਏ ਹੋ, ਕਿੱਥੇ ਜਾਣਾ, ਅੱਗੇ ਕਿੰਨੀ ਕੁ ਮੁੱਦਤ, ਕਿੰਨਾ ਕੁ ਸਮਾਂ ਇੱਥੇ ਰਹੋਗੇ। ਹੁਣ ਜਦੋਂ ਅਸੀਂ ਫਿਰ ਸਤਿਗੁਰੂ ਸਾਨੂੰ ਪੁੱਛਦੇ ਤੇ ਆਪਾਂ ਵਿਚਾਰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਅਸੀਂ ਕਿੱਥੋਂ ਆਏ, ਵੀ ਸਾਡਾ ਪਿਛੋਕੜ ਕੀ ਹੈ, ਕਿਹਨੇ ਸਾਨੂੰ ਭੇਜੇ। ਨਾ ਸਾਨੂੰ ਇਹ ਪਤਾ ਵੀ ਸਾਡੇ ਕੋਲ ਕਿੰਨੀ ਕੁ ਮੁੱਦਤ ਸਮਾਂ, ਵੀ ਕਿੰਨੇ ਕੁ ਸਵਾਲ ਸਾਡੇ ਕੋਲ ਹੈਗੇ, ਕਦੋਂ ਖਤਮ ਹੋ ਜਾਣੇ, ਇਹਦਾ ਵੀ ਸਾਨੂੰ ਗਿਆਨ। ਨਾ ਸਾਨੂੰ ਇਹ ਪਤਾ ਵੀ ਜਦੋਂ ਸਾਡਾ ਸਮਾਂ ਖਤਮ ਹੋਏਗਾ ਅਸੀਂ ਜਾਵਾਂਗੇ ਕਿੱਥੇ। ਫਿਰ ਮਹਾਰਾਜ ਕਹਿੰਦੇ ਵੀ ਜੇ ਤੁਹਾਨੂੰ ਪਤਾ ਹੀ ਨਹੀਂ ਤੇ ਫਿਰ ਤੁਸੀਂ ਪੁੱਛਦੇ ਕਿਉਂ? ਵੀ ਜਦੋਂ ਤੁਸੀਂ ਗੁਰੂ ਘਰ ਆਉਂਦੇ ਹੋ ਫਿਰ ਤੁਸੀਂ ਸਤਿਗੁਰਾਂ ਤੋਂ ਕਿਉਂ ਨਹੀਂ ਪੁੱਛਦੇ ਵੀ ਅਸੀਂ ਕੌਣ ਆ, ਕਿੱਥੋਂ ਆਏ ਤੇ ਅਸੀਂ ਜਾਣਾ ਕਿੱਥੇ ਹੈਗਾ। ਵੀ ਇਹੀ ਤਾਂ ਸਾਨੂੰ ਦੱਸ ਰਹੇ, ਇਹੋ ਤਾਂ ਸਾਨੂੰ ਭੇਦ ਦੇ ਰਹੇ, ਸਮਝਾ ਰਹੇ ਨੇ। ਹੁਣ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਭੁੱਲ ਗਏ ਫਿਰ ਤੁਸੀਂ ਪੁੱਛ ਲਓ। ਫਰਮਾਉਂਦੇ ਨੇ ਅੱਗੇ ਕਿਆ ਜਾਣਾ ਨਹੀਂ ਮੈਂ ਭੁੱਲੇ ਤੂੰ ਸਮਝਾਏ। ਬਈ ਮੈਨੂੰ ਨਹੀਂ ਪਤਾ ਜੀ ਵੀ ਅੱਗੇ ਜਾਣਾ ਕਿੱਥੇ, ਮੈਂ ਭੁੱਲ ਗਿਆ ਰਸਤਾ। ਬਈ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਹੈ, ਤੁਸੀਂ ਜਾਣੇ ਹੈ, ਤੁਸੀਂ ਦੇਖੇ ਤਾਂ ਕਿਰਪਾ ਕਰਕੇ ਮੈਨੂੰ ਦੱਸ ਦਿਓ, ਸਮਝਾ ਦਿਓ। ਜੇ ਮਹਾਰਾਜ ਕਹਿੰਦੇ ਵੀ ਤੁਹਾਨੂੰ ਸਮਝ ਲੱਗ ਗਈ, ਤੁਹਾਨੂੰ ਪਤਾ ਲੱਗ ਗਿਆ, ਜਿਹੜੇ ਜੀਵ ਭੁੱਲੇ ਹੋਏ ਨੇ ਉਹਨਾਂ ਨੂੰ ਤੁਸੀਂ ਜਾ ਕੇ ਰਸਤਾ ਸਮਝਾ ਦਿਓ, ਦੱਸੋ ਜਾ ਕੇ। ਇਹ ਸਭ ਤੋਂ ਵੱਡਾ ਪਰਉਪਕਾਰ, ਸਭ ਤੋਂ ਵੱਡਾ ਦਾਨ, ਇਹ ਸਭ ਤੋਂ ਵੱਡਾ ਪੁੰਨ ਹੈ। ਜਿਵੇਂ ਹੁਣ ਸੰਸਾਰ 'ਚ ਜੀਵ ਕਹਿੰਦੇ ਨਾ ਵੀ ਪੁੰਨ ਦਾਨ ਕਰੋ ਜੀ, ਇਹ ਤੋਂ ਵੱਡਾ ਹੋਰ ਕੋਈ ਪੁੰਨ ਦਾਨ ਨਹੀਂ ਹੈ। ਕਿਸੇ ਭੁੱਲੇ ਭਟਕੇ ਜੀਵ ਨੂੰ ਰਸਤਾ ਦੱਸਣਾ, ਘਰ ਦਾ ਵੀ ਉਹਨੂੰ ਉਹਦਾ ਅਸਲੀ ਮਕਸਦ ਜਿਹੜਾ ਜੀਵਨ ਦਾ ਉਹ ਸਮਝਾਉਣ। ਮਹਾਰਾਜ ਇਸ ਲਈ ਫਰਮਾਉਂਦੇ ਤਾਂ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ। ਵੀ ਜਿਹੜਾ ਭੁੱਲਿਆ ਉਹਨੂੰ ਜਾ ਕੇ ਦੱਸੋ, ਸਮਝਾਓ। ਜਿਹੜੇ ਰਸਤੇ 'ਤੇ ਅਸੀਂ ਚੱਲ ਰਹੇ ਇਹਨੂੰ ਧਾਤ ਦਾ ਰਸਤਾ ਕਹਿੰਦੇ। ਜਿਹੜਾ ਰਸਤਾ ਅੱਗੇ ਜੂਨਾਂ 'ਚ ਜਾਂਦਾ, ਜਿਹਦੇ 'ਤੇ ਚੱਲਦੇ ਹੋਏ ਅਸੀਂ ਕਰਦੇ ਹਾਂ ਵੈਰ ਵਿਰੋਧ, ਈਰਖਾ, ਨਫ਼ਰਤ, ਹਉਮੈ, ਹੰਕਾਰ, ਲੜਾਈਆਂ ਝਗੜੇ, ਇਹੋ ਰਸਤਾ ਅਸੀਂ ਪਹਿਲਾਂ ਵੀ ਅਖਤਿਆਰ ਕੀਤਾ। ਹੋਰਾਂ ਕਾਰਾਂ ਦੇ ਵਿੱਚ ਵੀ ਅਸੀਂ ਇਹ ਸਾਰਾ ਕੁਛ ਕਰਦੇ ਰਹੇ, ਵੈਰ ਵਿਰੋਧ ਕਰਦੇ ਰਹੇ, ਲੜਾਈਆਂ ਝਗੜੇ ਕਰਦੇ ਰਹੇ। ਤਾਂਹੀਓ ਅਸੀਂ ਵਾਰ-ਵਾਰ ਅੱਗੇ ਜਨਮ ਦਰ ਜਨਮ ਜੂਨਾਂ ਦੇ ਵਿੱਚ ਤੁਰੇ ਆ ਰਹੇ। ਜੇ ਹੁਣ ਵੀ ਅਸੀਂ ਇਹੀਓ ਰਸਤਾ ਅਖਤਿਆਰ ਕੀਤਾ, ਹੁਣ ਵੀ ਅਸੀਂ ਵੈਰ ਵਿਰੋਧ 'ਚ ਚਲੇ ਗਏ ਤੇ ਅਸੀਂ ਫਿਰ ਵਾਪਸ ਜੂਨਾਂ 'ਚ ਮੁੜ ਜਾਵਾਂਗੇ। ਮਾਰੇ ਤਾਂਹੀਓ ਸਾਨੂੰ ਫਰਮਾਉਂਦੇ ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਬੇਕਾਰ, ਮਹਾ ਲੋਭ ਧਰੋਏ, ਆਹੂੰ ਜੁਗਤ ਬਿਹਾਨੇ ਕਈ ਜਨ। ਬਈ ਜਦੋਂ ਅਸੀਂ ਇਹ ਜੁਗਤ ਹੀ ਅਪਣਾਉਂਦੇ ਹਾਂ ਵੈਰ ਵਿਰੋਧ ਵਾਲੀ, ਲੜਾਈਆਂ ਝਗੜਿਆਂ ਵਾਲੀ, ਤੇ ਫਿਰ ਇਹ ਜੁਗਤ ਕਰਕੇ ਅਸੀਂ ਵਾਰ-ਵਾਰ ਜੂਨਾਂ 'ਚ ਜਾਂਦੇ, ਵਾਰ-ਵਾਰ ਅਸੀਂ ਆਕਾਰਾਂ ਦੇ ਵਿੱਚ ਆਉਂਦੇ। ਬਈ ਹੁਣ ਸਾਨੂੰ ਇਹ ਮਾਨਸ ਜਾਮਾ ਮਿਲਿਆ ਤੇ ਜੇ ਅਸੀਂ ਇਹਦੇ ਵਿੱਚ ਵੀ ਦੁਬਦਾ ਖੜੀ ਕਰ ਲਈ ਇੱਕ ਦੂਸਰੇ ਨੂੰ, ਵੈਰ ਵਿਰੋਧ 'ਚ ਚਲੇ ਗਏ, ਫਿਰ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਜਾਵਾਂਗੇ। ਹੁਣ ਜਦੋਂ ਸਾਨੂੰ ਇਸ ਲੋਕ 'ਚ ਭੇਜਿਆ ਜਾਂਦਾ, ਇਹਨੂੰ ਮਿਰਤ ਮੰਡਲ ਕਹਿੰਦੇ, ਵੀ ਇੱਥੇ ਅਸੀਂ ਸਦਾ ਨਹੀਂ ਰਹਿ ਸਕਦੇ। ਜਦੋਂ ਸਾਨੂੰ ਭੇਜਦੇ ਪਰਲੋਕ ਦਰਗਾਹ ਦੇ ਵਿੱਚ, ਪਹਿਲਾਂ ਸਾਨੂੰ ਮਰਨ ਲਿਖਾ ਲੈਂਦੇ ਸਾਥੋਂ ਵੀ ਤੁਸੀਂ ਮਿਰਤ ਮੰਡਲ 'ਚ ਚੱਲੇ, ਮਾਤ ਲੋਕ 'ਚ। ਜੇ ਤੁਸੀਂ ਆਖੋ ਵੀ ਉੱਥੇ ਜਾ ਕੇ ਮੇਰਾ ਸਮਾਂ ਵਧਾ ਦਿਓ ਜੀ, ਤੁਹਾਡਾ ਸਮਾਂ ਨਹੀਂ ਵਧੇਗਾ। ਜੇ ਤੁਸੀਂ ਉੱਥੇ ਜਾ ਕੇ ਆਖੋਗੇ ਵੀ ਮੇਰਾ ਸਮਾਂ ਘਟਾ ਦਿਓ ਜੀ, ਨਾ ਇਹ ਘਟਣਾ। ਵੀ ਤੁਹਾਨੂੰ ਜਿਹੜਾ ਸਮਾਂ ਉਹ ਗਿਣਤੀ ਦਾ ਦੇਣ ਲੱਗਿਆ, ਨਾ ਤਿਲ ਬਦਲਣਾ ਨਾ ਘਟਣਾ। ਬਈ ਤੁਸੀਂ ਉੱਥੇ ਜੇ ਆਖੋ ਵੀ ਅਸੀਂ ਸਦਾ ਰਹੀਏ, ਸਦਾ ਨਹੀਂ ਰਹਿ ਸਕਦੇ, ਤੁਹਾਨੂੰ ਵਾਪਸ ਆਉਣਾ ਪੈਣਾ। ਜਦੋਂ ਸਮਾਂ ਖਤਮ ਹੋ ਗਿਆ ਤੁਹਾਨੂੰ ਮੁੜਨਾ ਪੈਣਾ ਵਾਪਸ।
ਹੁਣ ਪਹਿਲਾਂ ਸਾਜੋ ਉੱਥੇ ਮਰਨ ਲਿਖਾ ਲੈਂਦੀ, ਮਰਨ ਲਿਖਾ ਕੇ ਫਿਰ ਅਸੀਂ ਇਸ ਮਿਰਤ ਮੰਡਲ 'ਚ ਆਉਂਦੇ। ਹੁਣ ਇੱਥੇ ਆ ਕੇ ਜੀਵ ਮਰਨਾ ਭੁੱਲ ਜਾਂਦਾ ਵੀ ਮੈਂ ਕਿਹੜਾ ਇੱਥੋਂ ਜਾਣਾ ਜੀ ਵਾਪਸ, ਇਹੋ ਮੇਰਾ ਘਰ ਬਾਰ ਹੈ, ਮੇਰਾ ਪਰਿਵਾਰ ਹੈ ਜੀ, ਵੀ ਮੈਂ ਇੱਥੋਂ ਜਾਣਾ ਨਹੀਂ ਵਾਪਸ, ਇਹੋ ਸਾਰਾ ਕੁਛ। ਜਦੋਂ ਅਸੀਂ ਮਰਨਾ ਭੁੱਲ ਜਾਂਦੇ, ਅਸੀਂ ਕਹਿੰਦੇ ਮੇਰਾ ਹੈ, ਅਤੇ ਫਿਰ ਅਸੀਂ ਦੁਵਿਧਾ 'ਚ ਪੈ ਜਾਂਦੇ। ਫਿਰ ਅਸੀਂ ਦੂਸਰਿਆਂ ਦੇ ਨਾਲ ਵੈਰ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ, ਲੜਾਈਆਂ ਝਗੜੇ ਸ਼ੁਰੂ ਕਰ ਦਿੰਦੇ। ਜਦੋਂ ਅਸੀਂ ਫਿਰ ਦੁਵਿਧਾ 'ਚ ਪੈ ਗਏ, ਸਾਡਾ ਵਿਚਾਰਾਂ ਦਾ ਟਕਰਾਅ ਹੋ ਗਿਆ, ਫਿਰ ਅਸੀਂ ਆਪਦੇ ਬਾਰੇ ਸੋਚਣਾ ਬੰਦ ਕਰ ਦਿੰਦੇ। ਸਾਡੀ ਜਿਹੜੀ ਸੋਚ ਉਹ ਦੂਸਰਿਆਂ ਵਾਸਤੇ ਲੱਗੀ ਰਹਿੰਦੀ ਵੀ ਕੌਣ ਕੀ ਕਰਦਾ। ਅਸੀਂ ਆਪਦੇ ਬਾਰੇ ਨਹੀਂ ਸੋਚਦੇ ਵੀ ਸਾਡਾ ਸਮਾਂ ਖਤਮ ਹੋ ਜਾਣਾ, ਅਸੀਂ ਮਰਨਾ, ਵੀ ਅਸੀਂ ਇੱਥੋਂ ਵਾਪਸ ਜਾਣਾ। ਸਾਡੀ ਜਿਹੜੀ ਸੋਚ ਉਹ ਫਿਰ ਬੰਦ ਹੋ ਜਾਂਦੀ। ਇੱਧਰੋਂ ਆਪਦੇ ਬਾਰੇ ਸੋਚਣ ਦਾ ਭਾਵ ਹੁੰਦਾ ਵੀ ਮਨ ਬਾਰੇ ਸੋਚਣਾ, ਆਪਦੇ ਆਪੇ ਬਾਰੇ ਸੋਚਣਾ। ਫਿਰ ਅਸੀਂ ਦੁਵਿਧਾ ਕਰਕੇ ਸਾਰਾ ਜਿਹੜਾ ਜੀਵਨ ਉਹ ਦੁਵਿਧਾ 'ਚ ਹੀ ਲੰਘਾ ਲੈਂਦਾ ਜੀਵ। ਆਪਣੇ ਆਪੇ ਨੂੰ ਚੀਨਦਾ ਨਹੀਂ, ਆਪਣੇ ਆਪੇ ਦੀ ਪਹਿਚਾਣ ਨਹੀਂ ਕਰਦਾ ਵੀ ਮੈਂ ਕੌਣ ਹਾਂ, ਕਿੱਥੋਂ ਆਏ ਹਾਂ। ਇਹ ਇੰਨੇ ਨੂੰ ਉਹਦਾ ਸਮਾਂ ਖਤਮ ਹੋ ਜਾਂਦਾ। ਜਦੋਂ ਸਮਾਂ ਖਤਮ ਹੁੰਦਾ, ਜਾਮਾ ਕੇ ਫੜ ਲੈਂਦੇ, ਫਿਰ ਇਹਨੂੰ ਫਿਰ ਪਛਤਾਉਂਦਾ ਬਈ ਇੰਨੇ ਲੰਮੇ ਸਮੇਂ ਬਾਅਦ ਮਾਨਸ ਜਾਮਾ ਵਾਰੀ ਮਿਲੀ ਸੀ, ਅਤੇ ਉਹ ਵੀ ਵਾਰੀ ਦੁਵਿਧਾ 'ਚ ਪੈ ਕੇ ਸਾਰਾ ਜੀਵਨ ਸੀ ਜਿਹੜਾ ਉਹ ਵਿਅਰਥ ਖਰਾਬ ਕਰ ਲਈ। ਮਹਾਰਾਜ ਇਸੇ ਪਰਥਾਏ ਸਾਨੂੰ ਫਰਮਾਉਂਦੇ, ਮਰਨ ਲਖਾਏ ਮੰਡਲ ਮੇ ਆਏ, ਜਨਮ ਪਦਾਰਥ ਦੁਵਿਧਾ ਖੋਵੇ, ਆਪ ਨਾ ਚੀਨਸ ਭਰਮ ਭਰਮ ਰੋਵੇ। ਬਈ ਅਸੀਂ ਮਰਨ ਲਿਖਾ ਕੇ ਆਏ, ਇੱਧਰ ਆ ਕੇ ਭੁੱਲ ਗਏ ਮਰਨ, ਅਤੇ ਦੁਵਿਧਾ ਖੜੀ ਕਰ ਲਈ। ਹੁਣ ਜੇ ਅਸੀਂ ਦੁਵਿਧਾ ਦੇ ਵਿੱਚ ਰਵਾਂਗੇ ਅਤੇ ਅਸੀਂ ਆਪਣੇ ਆਪੇ ਨੂੰ ਚੀਨਾਂਗੇ ਨਹੀਂ, ਆਪਣੇ ਆਪੇ ਦੀ ਅਸੀਂ ਪਹਿਚਾਣ ਨਹੀਂ ਕਰ ਸਕਾਂਗੇ ਵੀ ਅਸੀਂ ਕੌਣ। ਹੁਣ ਸਾਡੇ ਅੰਦਰ ਦੁਵਿਧਾ ਕਦੋਂ ਪੈਦਾ ਹੁੰਦੀ? ਜਦੋਂ ਸਾਡਾ ਵਿਚਾਰਾਂ ਦਾ ਟਕਰਾਅ ਹੁੰਦਾ, ਚਾਹੇ ਸਾਡੇ ਪਰਿਵਾਰ ਦੇ ਮੈਂਬਰ ਨੇ, ਜਦੋਂ ਸਾਡੇ ਇੱਕ ਦੂਸਰੇ ਨਾਲ ਵਿਚਾਰ ਨਹੀਂ ਮਿਲਦੇ, ਜਦੋਂ ਅਸੀਂ ਕੁਛ ਹੋਰ ਕਹਿੰਦੇ ਹਾਂ ਅਤੇ ਦੂਸਰਾ ਕੁਝ ਹੋਰ ਕਹਿੰਦਾ, ਸਾਡਾ ਵਿਚਾਰਾਂ ਦਾ ਟਕਰਾਅ ਹੋ ਜਾਂਦਾ। ਜਦੋਂ ਸਾਡਾ ਵਿਚਾਰਾਂ ਦਾ ਟਕਰਾਅ ਹੁੰਦਾ, ਫਿਰ ਸਾਡੇ ਅੰਦਰ ਦੁਵਿਧਾ ਪੈਦਾ ਹੁੰਦੀ ਵੀ ਮੇਰੀ ਤਾਂ ਘਰ ਦੇ ਵਿੱਚ ਕੋਈ ਕਦਰ ਹੀ ਨਹੀਂ, ਮੇਰਾ ਤਾਂ ਕੋਈ ਕਹਿਣਾ ਹੀ ਨਹੀਂ ਮੰਨਦਾ, ਮੇਰੇ ਆਖੇ ਹੀ ਨਹੀਂ ਲੱਗਦਾ। ਫਿਰ ਸਾਡੇ ਅੰਦਰ ਜਦੋਂ ਦੁਵਿਧਾ ਪੈਦਾ ਹੁੰਦੀ, ਫਿਰ ਅਸੀਂ ਉਹ ਦੂਸਰੇ ਦੀ ਨਿੰਦਿਆ ਸ਼ੁਰੂ ਕਰ ਦਿੰਦੇ। ਜਿਹਦੇ ਨਾਲ ਸਾਡੇ ਨਹੀਂ ਵਿਚਾਰ ਮਿਲਦੇ, ਉਹਦੀ ਫਿਰ ਅਸੀਂ ਨਿੰਦਿਆ ਕਰਦੇ ਹਾਂ ਵੀ ਇਹ ਮਾੜਾ ਹੈ, ਇਹ ਚੰਗਾ ਨਹੀਂ। ਹੁਣ ਇੱਥੋਂ ਫਿਰ ਇਹ ਦੁਵਿਧਾ ਜਿਹੜੀ ਫਿਰ ਗਾਂਹ ਦੀ ਗਾਂਹ ਵੱਧਦੀ ਜਾਂਦੀ। ਵੈਰ ਵਿਰੋਧ, ਈਰਖਾ, ਨਫ਼ਰਤ ਜਦੋਂ ਵਿਚਾਰਾਂ ਦਾ ਟਕਰਾਅ ਹੁੰਦਾ, ਫਿਰ ਗਾਂਹ ਦੀ ਗਾਂਹ ਹੋਰ ਵੱਧਦਾ ਜਾਂਦਾ। ਹੁਣ ਮਹਾਰਾਜ ਫਿਰ ਸਾਨੂੰ ਇਸ ਲਈ ਸਮਝਾਉਂਦੇ ਵੀ ਸਾਡਾ ਵਿਚਾਰਾਂ ਦਾ ਟਕਰਾਅ ਨਾ ਹੋਵੇ। ਉਹਦੇ ਵਾਸਤੇ ਫਿਰ ਸਿਮਰਨ ਨੇ। ਜਦੋਂ ਅਸੀਂ ਸਿਮਰਨ ਕਰਾਂਗੇ, ਨਾਲ ਗੁਰੂ ਦੀ ਮੱਤ ਗਿਆਨ ਮਨ ਨੂੰ ਦੇਵਾਂਗੇ, ਅਸੀਂ ਜਦੋਂ ਕਿਸੇ ਨਾਲ ਵੀ ਵਿਚਾਰਾਂ ਦਾ ਟਕਰਾਅ ਨਹੀਂ ਕਰਾਂਗੇ ਤਾਂ ਸਾਡੇ ਅੰਦਰ ਦੁਵਿਧਾ ਨਹੀਂ ਆਏਗੀ। ਜਦੋਂ ਸਾਡੇ ਅੰਦਰ ਦੁਵਿਧਾ ਨਹੀਂ ਆਏਗੀ ਅਤੇ ਅਸੀਂ ਆਪਣੇ ਆਪੇ ਦੀ ਪਹਿਚਾਣ ਕਰ ਲਾਂਗੇ, ਸਾਨੂੰ ਮੌਕਾ ਮਿਲ ਜਾਏਗਾ ਆਪਣੇ ਆਪੇ ਨੂੰ ਚੀਨਣ ਦਾ। ਹੁਣ ਤਾਂ ਫਿਰ ਸਤਿਗੁਰੂ ਕਹਿੰਦੇ ਵੀ ਕਿਸੇ ਨਾਲ ਵੀ ਜਿਹੜਾ ਵਾਦ ਵਿਵਾਦ ਹੈ ਜਾਂ ਵਿਚਾਰਾਂ ਦਾ ਟਕਰਾਅ ਨਾ ਕਰ। ਵਾਦ ਵਿਵਾਦ ਕਾਹੂੰ ਸਿਉ ਨਹੀਂ ਕੀਜੇ, ਵੀ ਤੁਸੀਂ ਕਿਸੇ ਨਾਲ ਵੀ ਜਿਹੜਾ ਵਾਦ ਵਿਵਾਦ ਹੈ, ਵਿਚਾਰਾਂ ਦਾ ਟਕਰਾਅ ਨਾ ਕਰ। ਜਿਵੇਂ ਸੰਸਾਰ ਦੇ ਵਿੱਚ ਤਾਂ ਜੀਵਾਂ ਨੇ ਵਿਚਾਰਾਂ ਦਾ ਟਕਰਾਅ ਕਰਨਾ ਹੀ ਕਰਨਾ। ਕਈ ਜੀਵ ਗੁਰਬਾਣੀ ਗੁਰੂ 'ਤੇ ਵੀ ਵਿਚਾਰਾਂ ਦਾ ਟਕਰਾਅ ਕਰਦੀ। ਹੁਣ ਗੁਰਬਾਣੀ ਗੁਰੂ ਜੋ ਹੈ ਇਹ ਬ੍ਰਹਮ ਦਾ ਗਿਆਨ ਹੈ, ਇਹ ਕੋਈ ਵਿਚਾਰਾਂ ਦੇ ਟਕਰਾਅ ਦਾ ਵਿਸ਼ਾ ਨਹੀਂ ਹੈ। ਇਹ ਤਾਂ ਸਾਨੂੰ ਸਗੋਂ ਤੇ ਇਹ ਦੁਵਿਧਾ ਤੋਂ ਭਟਾਉਂਦੇ, ਵੈਰ ਵਿਰੋਧ ਤੋਂ ਭਟਾਉਂਦੇ। ਹੁਣ ਮਹਾਰਾਜ ਫਿਰ ਇਸ ਲਈ ਸਾਨੂੰ ਸਮਝਾਉਂਦੇ ਵੀ ਜਿਹੜਾ ਵਾਦ ਵਿਵਾਦ ਹੈ ਜੇ ਅਸੀਂ ਕਰਾਂਗੇ
ਤੇ ਫਿਰ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਜਾਵਾਂਗੇ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ, ਮੂਰਖ ਨਾਲ ਨਾ ਲੂਝੀਏ, ਪੜ ਅੱਖਰ ਇਹੋ ਬੁੱਝੀਏ। ਬਈ ਜੇ ਕੋਈ ਮੂਰਖ ਸਾਡੇ ਨਾਲ ਵਿਚਾਰਾਂ ਦਾ ਟਕਰਾਅ ਵੀ ਕਰਦਾ, ਉਹਦੇ ਨਾਲ ਟਕਰਾਅ ਕਰਨ ਦੀ ਲੋੜ ਨਹੀਂ, ਉੱਥੇ ਚੁੱਪ ਹੋ ਜਾਓ। ਇਹ ਆ ਕੇ ਮਹਾਰਾਜ ਕਹਿੰਦੇ ਵੀ ਜਿੱਥੇ ਅਸੀਂ ਬੋਲਣ ਤੋਂ ਪਤਾ ਹੈ ਵੀ ਵਿਚਾਰਾਂ ਦਾ ਟਕਰਾਅ ਹੀ ਹੋਣਾ, ਉਹਨੇ ਮੰਨਣਾ ਤਾਂ ਹੈ ਨਹੀਂ ਸਾਹਮਣੇ ਵਾਲੇ ਨੇ, ਫਿਰ ਉੱਥੇ ਚੁੱਪ ਹੀ ਚੰਗੀ। ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਮਹਾਰਾਜ ਤਾਈਆਂ ਫਿਰ ਆਪਾਂ ਨੂੰ ਇਹ ਨਾਲ ਨਾਲ ਭੇਜ ਦਿੰਦੇ ਵੀ ਸਾਡਾ ਵਿਚਾਰਾਂ ਦਾ ਕਿਸੇ ਨਾਲ ਵੀ ਟਕਰਾਅ ਨਾ ਹੋਵੇ। ਜੇ ਅਸੀਂ ਨਹੀਂ ਟਕਰਾਅ ਕਰਾਂਗੇ ਦੁਵਿਧਾ 'ਚ ਨਹੀਂ ਜਾਵਾਂਗੇ। ਜੇ ਸਾਡਾ ਟਕਰਾਅ ਹੋ ਗਿਆ, ਸਾਡੇ ਅੰਦਰ ਦੁਵਿਧਾ ਪੈਦਾ ਹੋ ਗਈ, ਅਤੇ ਜਿਹੜੇ ਮਨ ਨੂੰ ਦੁਵਿਧਾ ਚੁੰਬੜ ਜਾਂਦੀ ਹੈ, ਦੁਵਿਧਾ ਨੂੰ ਗੁਰਬਾਣੀ ਗੁਰੂ ਵਿੱਚ ਬੌਰੀ ਆਖੀ, ਕਮਲੀ ਕਹਿੰਦੇ। ਜਿਹੜੇ ਮਨ ਨੂੰ ਲੱਗ ਜਾਂਦੀ ਬੌਰਾ ਕਰ ਦਿੰਦੀ, ਉਹਨੂੰ ਵੀ ਕਮਲਾ ਕਰ ਦਿੰਦੀ। ਮਾਰੇ ਫਰਮਾਉਂਦੇ ਦੁਵਿਧਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਲਿਵਟ ਰਹੀ ਹੁਣ ਬੰਧ ਨਾ ਪਾਏ। ਬਈ ਜੇ ਅਸੀਂ ਦੁਵਿਧਾ 'ਚ ਪੈ ਗਏ ਅਤੇ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਜਾਣ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਨ੍ਹਾਂ ਗੁਰਮੁਖਾਂ ਨੇ ਦੁਵਿਧਾ ਨੂੰ ਖਤਮ ਕਰ ਲਿਆ, ਉਹਨੂੰ ਗੁਰਬਾਣੀ 'ਚ ਕਹਿੰਦੇ ਵੀ ਇਹ ਸੂਰਮਾ, ਵੀ ਇਹ ਸੂਰਾ ਹੈ, ਇਹ ਪੂਰਾ ਹੈ। ਮਾਰੇ ਫਰਮਾਉਂਦੇ ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਵੀ ਜਿਹੜਾ ਇਹ ਦੁਵਿਧਾ ਨੂੰ ਖਤਮ ਕਰ ਲਵੇ, ਐਸਾ ਕੋਈ ਜੋ ਦੁਵਿਧਾ ਮਾਰ ਗਵਾਵੇ, ਇਸੇ ਮਾਰ ਰਾਜ ਜੋਗ ਕਮਾਵੇ। ਜੇ ਹੁਣ ਸਾਡੇ ਅੰਦਰ ਦੁਵਿਧਾ ਹੀ ਹੈ, ਇਹ ਅਸੀਂ ਖਤਮ ਨਹੀਂ ਕੀਤੀ, ਫਿਰ ਅਸੀਂ ਚਾਹੇ ਕਰੋੜਾਂ ਜਪ ਤਪ ਕਰੀ ਜਾਈਏ, ਸਾਡੇ ਉਹ ਜਪ ਤਪ ਕਿਸੇ ਥਾਈ ਨਹੀਂ ਪੈਂਦੇ। ਮਾਰੇ ਫਰਮਾਉਂਦੇ ਇਸ ਮਾਰੀ ਬਿਨ ਥਾਈ ਨਾ ਪਰੇ, ਕੋਟ ਕਰਮ ਜਪ ਤਪ ਕਰੇ। ਬਈ ਅਸੀਂ ਕਰੋੜਾਂ ਜਪ ਤਪ ਕਰੀ ਚੱਲੀਏ, ਜੇ ਸਾਡੇ ਅੰਦਰ ਦੁਵਿਧਾ ਹੀ ਹੈ ਅਤੇ ਉਹ ਸਾਡੇ ਕੀਤੇ ਹੋਏ ਕਿਸੇ ਥਾਈ ਨਹੀਂ ਪੈਣੇ। ਕਿਉਂਕਿ ਦੁਵਿਧਾ ਜਿਹੜੀ ਉਹ ਕਮਲੀ ਹੈ, ਉਹਨੇ ਸਾਨੂੰ ਵੀ ਕਮਲੇ ਕਰੀ ਰੱਖਣਾ, ਉਹਨੇ ਬੌਰਾ ਕਰੀ ਰੱਖਣਾ ਸਾਡੇ ਮਨ ਨੂੰ। ਇਸ ਵਾਸਤੇ ਫਿਰ ਕਹਿੰਦੇ ਵੀ ਜਿਨ੍ਹਾਂ ਨੇ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਇਹ ਦੁਵਿਧਾ ਨੂੰ ਖਤਮ ਕਰ ਲਿਆ, ਉਹ ਫਿਰ ਬ੍ਰਹਮ ਦੀ ਵਿਚਾਰ ਕਰਦੇ। ਗੁਰ ਦੁਵਿਧਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਉਹ ਗੁਰਮੁਖ ਫਿਰ ਬ੍ਰਹਮ ਦੀ ਵਿਚਾਰ ਕਰਦੇ, ਸੱਚ ਦੀ ਵਿਚਾਰ ਕਰਦੇ, ਇੱਕ ਦੀ ਵਿਚਾਰ। ਪਰਮਾਤਮਾ ਦੇ ਸੰਤ, ਹਰੀ ਦੇ ਸੰਤ, ਜਿਨ੍ਹਾਂ ਨੇ ਬ੍ਰਹਮ ਦੀ ਵਿਚਾਰ ਕਰਨੀ। ਇੱਕ ਨੇ ਕਾਲ ਦੇ ਅਨਾੜੀ ਸੰਤ, ਉਹਨਾਂ ਨੇ ਦੁਵਿਧਾ ਦੀ ਗੱਲ ਕਰਨੀ। ਮਹਾਰਾਜ ਕਹਿੰਦੇ ਵੀ ਨਾ ਜੀਵਾਂ ਨੂੰ ਭੇਦ ਹੋਣ ਕਰਕੇ ਜੀਵ ਜਾਂਦੇ ਸੰਗਤ ਕਰਨ ਵਾਸਤੇ। ਹੁਣ ਜੇ ਉਹ ਸਾਹਮਣੇ ਆ ਗਏ ਅਨਾੜੀ ਸੰਤ, ਉਹਨੇ ਦੁਵਿਧਾ ਦੀ ਗੱਲ ਸੁਣਾ ਕੇ, ਸਾਡੇ ਅੰਦਰ ਅਗਨ ਤਾਂ ਪਹਿਲਾਂ ਹੀ ਬਲਦੀ ਹੈ ਦੁਰਮਤ ਦੀ ਦੁਵਿਧਾ ਦੀ, ਉਹ ਫਿਰ ਵਿੱਚ ਤੇਲ ਦਾ ਕੰਮ ਕਰ ਸੀ, ਉਹ ਬਲਦੀ ਦੇ ਵਿੱਚ ਹੋਰ ਤੇਲ ਪਾ ਦਿੰਦੇ ਸਾਨੂੰ ਦੁਵਿਧਾ ਦੀ ਗੱਲ ਸੁਣਾ ਕੇ। ਮਹਾਰਾਜ ਉਹਨਾਂ ਵਰਤਾਏ ਕਹਿੰਦੇ ਚੱਲੇ ਨਾਮ ਵਿਸਾਰ, ਤਾਵਣ ਤਤਿਆ ਬਲਦੀ ਅੰਦਰ ਤੇਲ, ਦੁਵਿਧਾ ਘੱਤਿਆ। ਬਈ ਦੁਵਿਧਾ ਤਾਂ ਪਹਿਲਾਂ ਹੀ ਸਾਡੇ ਅੰਦਰ ਅਗਨ ਤਾਂ ਬਲਦੀ ਪਈ ਸੀ, ਉਹਨਾਂ ਨੇ ਦੁਵਿਧਾ ਦੀ ਗੱਲ ਸੁਣਾ ਕੇ ਸਾਨੂੰ ਉਹ ਬਲਦੀ ਦੇ ਵਿੱਚ ਹੋਰ ਤੇਲ ਪਾ ਦੇਣਾ, ਉਹਨਾਂ ਨੇ ਸਾਨੂੰ ਧੜਿਆਂ 'ਚ ਵੰਡ ਦੇਣਾ। ਉਹਨਾਂ ਨੇ ਸਾਨੂੰ ਬ੍ਰਹਮ ਦੀ ਗੱਲ ਨਹੀਂ ਸੁਣਾਉਣੀ, ਉਹਨਾਂ ਨੇ ਸਾਨੂੰ ਇਹ ਨਹੀਂ ਦੱਸਣਾ ਵੀ ਅਸੀਂ ਇਹ ਮਾਇਆ ਤੋਂ ਕਿਵੇਂ ਨਿਕਲਣਾ, ਕਿਵੇਂ ਸਾਡਾ ਛੁਟਕਾਰਾ ਹੋਣਾ ਇੱਥੋਂ। ਉਹਨਾਂ ਨੇ ਤਾਂ ਸਾਨੂੰ ਹੋਰ ਕਿਸੇ ਦੀਆਂ ਗੱਲਾਂ ਕਰ ਕਰਕੇ, ਕਿਸੇ ਦੀ ਨਿੰਦਿਆ ਕਰਕੇ, ਕਿਸੇ ਦੀ ਨਖੇਦੀ ਕਰਤੀ। ਉਹਨਾਂ ਨੇ ਸਾਨੂੰ ਸੰਸਾਰ ਦੀਆਂ ਸੁਣਾਈ ਜਾਣੀਆਂ, ਬ੍ਰਹਮ ਦੀ ਨਹੀਂ ਸੁਣਾਉਣੀ। ਬ੍ਰਹਮ ਦੀ ਮਹਾਰਾਜ ਕਹਿੰਦੇ ਉਹ ਸੁਣਾਉਣਗੇ ਗੁਰੂ ਨੇ ਜਿਨ੍ਹਾਂ ਦੀ ਦੁਵਿਧਾ ਖਤਮ ਕਰਤੀ। ਫਿਰ ਉਹ ਬ੍ਰਹਮ ਦੀ ਵਿਚਾਰ ਕਰਦੇ, ਉਹ ਇੱਕ ਦੀ ਵਿਚਾਰ ਕਰਦੇ, ਮਾਲਕ ਦੀ।
इस वास्ते फिर गुरबाणी गुरु सारी ये ब्रह्म दी विचार है, ब्रह्म विद्या ब्रह्म का ज्ञान। ते महाराज फिर इसलिए समझाते भी जो ब्रह्म है सच परमात्मा वो तरबर है, तो जो साधु जन ने वो तरबर की शान है। भी जदों असी उन्हां दी शरण च बैठांगे वो सानू सुख देणगे, साडे मन नूं शांति देणगे। साडे अंदर जिहड़ी दुविधा पई होई वो दुविधा नूं किवें खत्म करना वो सानू विधि तरीका दसणगे। बई जे साडा मन दुविधा च चला गया, साडे परिवार च भी दुविधा पै गई है, भी तुसीं की करो, सारे इकट्ठे होके बैठो, इकट्ठे बैठ के सारे सिमरन करो। जदों असी सारे मिल के सिमरन करांगे, साडी सारियां दी एक मत हो जाएगी, साडे सारियां दे विचार एक हो जाणगे। जिहड़ा भी परिवार दा मुखी एक गल आखेगा, दूजे सारे सत वचन करके मान लैणगे, वो परिवार दे विच शांति शांति सुख ही सुख। महाराज इसलिए फरमाउंदे होए इकत्तर मिलो मेरे भाई, दुविधा दूर करो लिव लाए, हर नामे की होवो जोड़ी, गुरमुख बैसो सफा विछाए। बई सारे इकट्ठे होके बैठो तो सिमरन करो तो दुविधा नूं खत्म कर लो। हुण जो महाराज सानू दस रहे भी किवें दुविधा साडा विचार जिहड़े खत्म होने, उहदे वास्ते ये सिमरन अभ्यास। आओ सारे गुरमुख प्यारे करो जी शुरू। वाहे गुरु 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 वाहे वाहिगुरु जी का खालसा वाहिगुरु जी की फतेह। इस तरीके ना गुरमुख प्यारे जदों आपां ये वध तों वध अभ्यास करांगे, बहिंदे उठदे काम कार करदे जिहड़ा साडा मन दुविधा च जांदा है, दुविधा खत्म हो जाती। जदों साडे अंदर दुविधा खत्म हो गई, फिर असीं अपने आपे नूं चीन सकदे हां भी असीं कौन हां, साडा असल स्वरूप की है। हुण इस वास्ते आपां वध तों वध अभ्यास करना, चलदे फिरदे बहिंदे उठदे काम कार करदे ये दृढ़ करना भी ताकि साडे हिरदे च वस जी।
बाकी चाहे सानू सारा गल्लां भुल जाण संसार दियां, पर ये ना भुल्ली। महाराज फरमाउंदे सभे गल्लां विसरन, एको विसर ना जाओ, भी एक परमात्मा ना विसरे। गुरबाणी गुरु नूं जदों आपां पढ़ना, पढ़ के विचारना, खोजना, ताकि साडा मन पासे ना जावे, ਉਹਦੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਆਪਾਂ ਨੂੰ ਗੁਰਮੁਖਾਂ ਨੇ ਭੇਦ ਦਿੱਤਾ ਗੁਰਬਾਣੀ ਗੁਰੂ ਰਾਹੀਂ, ਉਸੇ ਗਿਆਨ ਨੂੰ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਤਾਂ ਕਿ ਆਪਣੇ ਹਿਰਦੇ 'ਚ ਵਸ। ਅਤੇ ਜੋ ਆਪਣਾ ਹਫ਼ਤਾਵਾਰੀ ਸਮਾਗਮ ਹੁੰਦਾ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ, ਕੱਲ੍ਹ ਨੂੰ ਸ਼ਨੀਵਾਰ ਹੈ, ਆਪਾਂ ਜੋ ਹਰੇਕ ਹਫ਼ਤੇ ਜਾਂਦੇ ਹਾਂ ਸਾਰੇ ਗੁਰਮੁਖ ਕੋਸ਼ਿਸ਼ ਕਰਿਆ ਕਰ ਬਈ ਜਿੰਨੇ ਆਪਾਂ ਰੋਜ਼ ਸ਼ਾਮ ਨੂੰ ਆਉਂਦੇ ਇੰਨੇ ਤਾਂ ਆਪਾਂ ਸਾਰੇ ਚੱਲੀਏ ਨਾ, ਕਿਉਂਕਿ ਕੰਮ ਕਾਰ ਜਿਹੜੇ ਤਾਂ ਹੋਈ ਜਾਣੇ, ਇਹ ਨਹੀਂ ਖਤਮ ਹੁੰਦੇ ਹੁੰਦੇ। ਜੇ ਆਪਾਂ ਆਖੀਏ ਵੀ ਇਹ ਖਤਮ ਹੋ ਜਾਣਗੇ, ਇਹ ਤਾਂ ਆਪਣੇ ਪਤਾ ਨਹੀਂ ਕਿੰਨੇ ਕੁ ਵੱਡੇ ਵਡੇਰੇ ਜਿਨ੍ਹਾਂ ਦੇ ਆਪਾਂ ਨੂੰ ਨਾਮ ਨਹੀਂ ਚੇਤੇ, ਉਹ ਵੀ ਇੱਥੇ ਆਏ ਅਤੇ ਉਹ ਵੀ ਇਹ ਧੰਦਾ ਕਰਦੇ ਚਲੇ ਗਏ। ਮਾਇਆ ਦੇ ਜਿਹੜੇ ਕੰਮ ਉਹ ਕਿਸੇ ਨੇ ਖਤਮ ਨਹੀਂ ਕੀਤੇ ਕਦੇ ਵੀ। ਮਹਾਰਾਜ ਇਸ ਲਈ ਫਰਮਾਉਂਦੇ ਕਰ ਕਰ ਥਾਕੇ ਵੱਡੇ ਵਡੇਰੇ, ਕਿ ਨਹੀਂ ਨਾ ਕੀਏ ਮਾਇਆ ਕਾਜ ਪੂਰੇ, ਵੀ ਮਾਇਆ ਦੇ ਕਾਜ ਕਦੇ ਕਿਸੇ ਦੇ ਪੂਰੇ ਹੀ ਨਹੀਂ ਹੋਏ। ਕਰ ਕਰਕੇ ਵੱਡੇ ਵਡੇਰੇ ਸਾਡੇ ਪਤਾ ਨਹੀਂ ਕਿੰਨੇ ਕੁ ਚਲੇ ਗਏ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇੱਕੋ ਹੀ ਆਪਣਾ ਜਿਹੜਾ ਅਸਲ ਕਾਰਜ ਹੈ ਜਿਹੜਾ ਪੂਰਾ ਹੋ ਸਕਦਾ, ਉਹਨੂੰ ਅਸੀਂ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ। ਜਿਹੜੇ ਪੂਰੇ ਨਹੀਂ ਹੋ ਸਕਦੇ ਅਸੀਂ ਉਹਨਾਂ ਵਾਸਤੇ ਦਿਨ ਰਾਤ ਲੱਗੇ ਰਹਿੰਦੇ ਵੀ ਇਹਨਾਂ ਨੂੰ ਪੂਰੇ ਕਰ ਲਈਏ, ਜਿਹੜੇ ਕਿ ਹੋਣੇ ਹੀ ਨਹੀਂ। ਜਿਹੜਾ ਪੂਰਾ ਸਾਡਾ ਹੋ ਸਕਦਾ ਇੱਕੋ ਹੀ ਕਾਰਜ ਉਹ ਪੂਰਾ ਹੋ ਸਕਦਾ, ਉਹਨੂੰ ਅਸੀਂ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ। ਮਹਾਰਾਜ ਤਾਈਓ ਸਾਨੂੰ ਕਹਿੰਦੇ ਵੀ ਇੱਕੋ ਹੀ ਸਾਡਾ ਕਾਰਜ ਹੈ ਜਿਹੜਾ ਸਾਨੂੰ ਦਿੱਤਾ, ਜੇ ਸਾਡਾ ਉਹੀਓ ਨਾ ਪੂਰਾ ਹੋਇਆ ਤਾਂ ਫਿਰ ਅਸੀਂ ਹਟਿਆ ਕੀ ਇੱਥੇ ਆ ਕੇ। ਮਹਾਰਾਜ ਕਹਿੰਦੇ ਮਨ ਰੇ ਸਬਰਿਓ ਨਾ ਏਕੇ ਕਾਜਾ, ਭਜਿਓ ਨਾ ਰਘੁਪਤ ਰਾਜਾ, ਵੀ ਤੇਰਾ ਇੱਕੋ ਹੀ ਕਾਰਜ ਸੀ, ਉਹ ਤਾਂ ਜੇ ਸਬਰਿਆ ਹੀ ਨਾ, ਮਾਲਕ ਨੂੰ ਮਿਲਣਾ ਸੀ ਉਹ ਤਾਂ ਤੂੰ ਮਿਲਿਆ ਹੀ ਨਾ। ਹੁਣ ਇਸ ਵਾਸਤੇ ਜਿਨ੍ਹਾਂ ਨੇ ਵੀ ਮਿਲਾਪ ਕੀਤਾ ਸਾਧ ਸੰਗਤ ਕਰਕੇ, ਅਤੇ ਆਪਾਂ ਕੋਸ਼ਿਸ਼ ਕਰਿਆ ਕਰੀਏ ਵੀ ਸਮਾਂ ਜਿਹੜਾ ਇਹ ਕੱਢਿਆ ਕਰੀਏ, ਵੀ ਹਫ਼ਤੇ ਬਾਅਦ ਆਪਾਂ ਨੂੰ ਜੋ ਸਤਿਗੁਰਾਂ ਨੇ ਸਮਾਂ ਦਿੱਤਾ, ਕਿੱਡੀ ਕਿਰਪਾ ਕੀਤੀ। ਵੀ ਆਪਾਂ ਕਿਹੜਾ ਕੁਛ ਦੇਣਾ, ਸਿਰਫ ਆਪਾਂ ਜਾਣਾ ਹੀ ਸੰਗਤ ਕਰਕੇ ਵਾਪਸ ਮੁੜੇ ਆਉਣਾ। ਹੁਣ ਇਹ ਆਪਣਾ ਨਿੱਜੀ ਹੈ, ਕਿਸੇ ਹੋਰ ਵਾਸਤੇ ਨਹੀਂ। ਇਹਦਾ ਫਾਇਦਾ ਆਪਾਂ ਨੂੰ ਹੀ ਹੋਣਾ, ਲਾਹਾ ਆਪਾਂ ਨੂੰ ਹੀ ਹੋਣਾ। ਬੇਸ਼ੱਕ ਹੁਣ ਆਪਾਂ ਨੂੰ ਔਖਾ ਵੀ ਲੱਗੇ ਵੀ ਜਾਂਦੇ ਹਾਂ ਜੀ, ਫਿਰ ਅੱਧੀ ਰਾਤੋਂ ਵਾਪਸ ਆਉਂਦੇ ਹਾਂ, ਪਰ ਇਹਦਾ ਫਲ ਸਾਨੂੰ ਉਦੋਂ ਪਤਾ ਲੱਗੂ ਜਿੱਦੇ ਸਾਡਾ ਸਮਾਂ ਖਤਮ ਹੋਇਆ। ਫਿਰ ਆਪਾਂ ਨੂੰ ਪਤਾ ਲੱਗਣਾ ਵੀ ਇਹ ਜਿਹੜੀ ਕਮਾਈ ਕੀਤੀ ਹੋਈ ਇਹ ਨਹੀਂ ਸਾਨੂੰ ਅੱਗੇ ਲੈ ਕੇ ਜਾਣਾ। ਬਾਕੀ ਦਾ ਸੰਸਾਰ ਦਾ ਤਾਂ ਸਭ ਕੁਛ ਇੱਥੇ ਦਾ ਇੱਥੇ ਹੀ ਰਹਿ ਜਾਣਾ ਧਰਿਆ ਹੋਇਆ। ਇਸ ਵਾਸਤੇ ਆਪਾਂ ਕੋਸ਼ਿਸ਼ ਕਰਿਆ ਕਰੀਏ ਵੀ ਸੰਗਤ ਜ਼ਰੂਰ ਇਹ ਸ਼ਨੀਵਾਰ ਨੂੰ ਆਪਾਂ ਸਮਾਂ ਕੱਢਿਆ ਕਰੀਏ 6 ਵਜੇ ਤੱਕ। ਸਾਰੇ ਗੁਰਮੁਖ ਕੋਸ਼ਿਸ਼ ਕਰਿਆ ਕਰੋ ਵੀ ਪਹੁੰਚ ਕੇ ਆਪਾਂ ਸੰਗਤ ਕਰਕੇ ਵੱਧ ਤੋਂ ਵੱਧ ਲਾਹਾ ਇਕੱਠੀ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿ